ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਬਲਿਹਾਰੀ ਗੁਰ ਆਪਣੇ ਦਿਹਾੜੀ ਸਤਿਵਾਰੋ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਲਾਗੀ ਵਾਰ ਜਮ ਬਲਿਹਾਰ ਜੀ ਮੈਂ ਆਪਣੇ ਗੁਲਾਮਾਂ ਤੋਂ ਜਮ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਮ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਜੀ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਮ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਬਲਿਹਾਰੀ ਗੁਰ ਆਪਣੇ ਦਿਹਾੜੀ ਸਜਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੀ ਸੋ ਚੰਗਾ ਯੁਗ ਵੈ ਸੂਰ ਚੜੇ ਹਜ਼ਾਰ ਖੇਤੀ ਚਾਨਣ ਹੁੰਦੇ ਹਾਂ ਗੁਰ ਬਿਨ ਘੋਰ ਅੰਧਾਰ ਉਹ ਗੁਰ ਬਿਨ ਡੁੱਬਦੀ ਜਾਂਦੀ ਦੁਨੀਆ ਗੁਰ ਬਿਨ ਡੁੱਬਦੀ ਜਾਂਦੀ ਹੈ ਗੁਰ ਬਿਨ ਡੁੱਬਦੀ ਜਾਂਦੀ ਦੁਨੀਆ ਓਏ ਗੁਰ ਬਿਨ ਡੁੱਬਦੀ ਜਾਂਦੀ ਹੈ ਡੁੱਬਦੀ ਜਾਂਦੀ ਉਹ ਗੁਰ ਬਿਨ ਡੁੱਬਦੀ ਜਾਂਦੀ ਦੁਨੀਆ ਗੁਰ ਬਿਨ ਡੁੱਬਦੀ ਜਾਂਦੀ
ਜਾਂਦੀ ਦੁਨੀਆ ਗੁਰ ਬਿਨ ਡੁੱਬਦੀ ਜਾਂਦੀ। ਗੁਰ ਬਿਨ ਡੁੱਬਦੀ ਜਾਂਦੀ ਓਏ ਗੁਰ ਬਿਨ ਡੁੱਬਦੀ ਜਾਂਦੀ। ਵਿੱਚ 84 ਗੋਤੇ ਖਾਂਦੀ ਵਿੱਚ 84 ਗੋਤੇ ਖਾਂਦੀ ਉਹ ਵਿੱਚ 84 ਗੋਤੇ ਖਾਂਦੀ ਵਿੱਚ 84 ਗੋਤੇ ਖਾਂਦੀ। ਗੁਰ ਬਿਨ ਡੁੱਬਦੀ ਜਾਂਦੀ ਦੁਨੀਆ ਗੁਰ ਬਿਨ ਡੁੱਬਦੀ ਜਾਂਦੀ। ਗੁਰ ਬਿਨ ਡੁੱਬਦੀ ਜਾਂਦੀ ਦੁਨੀਆ ਉਹ ਗੁਰ ਬਿਨ ਡੁੱਬਦੀ ਜਾਂਦੀ। ਗੁਰ ਬਿਨ ਡੁੱਬਦੀ ਜਾਂਦੀ ਦੁਨੀਆ ਗੁਰ ਬਿਨ ਡੁੱਬਦੀ ਜਾਂਦੀ। ਚੰਗਾ ਯੋਗ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆ ਗੁਰ ਬਿਨ ਖੋਦਾਰ। ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, आप बहुत बड़भागी हो जिन्नियां भी संगतां सतगुरु जी हजूरी दे विच सतसंग दे विच आउंदियां ने उन्हां नूं बहुत बड़ा फल मिलता है सतसंग दे विच आउण दा। एक एक कदम का फल एक एक ਸਮੇਹ जग का फल है। जे एक कदम चल के गुरु वल जाइए सतसंग वल जाइए तो एक ਸਮੇਹ जग का फल है, बहुत बड़ा फल है। इस करके गुरु महाराज ने बाणी विच फरमाया है, भावें जिन्ने मर्जी चंद सूरज हज़ारां लखां चढ़ जाण पर गुरु तो बगैर अंधेरा है। अज गुरु तो बगैर दुनिया भटक रही है। नाले पता है, पता होने के बावजूद भी इन्नी माया पई है दुनिया के उपर। अज गुरु नूं भुल गई, गुरु नूं कहंदे गुरु हुंदा ही नहीं है। गुरु जुगा जुगा विच रहा, गुरु पिछे भी थी अज भी है अगे नूं भी होऊगा, पर यह नहीं पता
ਵੀ ਗੁਰੂ ਕਹਿੰਦੇ ਕਿਹਨੂੰ ਨੇ। ਆਪਾਂ ਪਹਿਲਾਂ ਪੜ੍ਹਿਆ ਸੀ ਨਾ ਸ਼ਬਦ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸੇ ਦੇਵਤੇ ਕੀਏ ਕਰਤਣ ਲੱਗੀ ਵਾਰ। ਉਹ ਗੁਰੂ ਤੋਂ ਬਲਿਹਾਰੇ ਜਾਈਏ। ਗੁਰੂ ਕਿਉਂ ਨਹੀਂ ਹੋਣਾ ਚਾਹੀਦਾ ਬਈ? ਆਪਾਂ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਹਾਂ, ਸਕੂਲ ਦੇ ਵਿੱਚ ਮਾਸਟਰ ਆਪਾਂ ਨੂੰ ਵਿੱਦਿਆ ਦਿੰਦਾ ਹੈ, ਮਾਸਟਰ ਪੜ੍ਹਾਉਂਦਾ ਹੈ। ਜੇ ਸਕੂਲ ਦੇ ਵਿੱਚ ਮਾਸਟਰ ਨਾ ਹੋਵੇ, ਉੱਥੇ ਤੁਹਾਨੂੰ ਕੁਰਸੀਆਂ ਪੜ੍ਹਾਉਣਗੀਆਂ ਖਾਲੀ ਪਈਆਂ, ਉੱਥੇ ਤੁਹਾਨੂੰ ਮੇਜ਼ ਪੜ੍ਹਾਉਣਗੇ ਖਾਲੀ ਪਏ, ਉੱਥੇ ਤੁਹਾਨੂੰ ਰਜਿਸਟਰ ਪਏ ਨੇ ਜਿਹੜੇ ਖਾਲੀ ਪਏ ਉਹ ਪੜ੍ਹਾਉਣਗੇ। ਨਹੀਂ ਪੜ੍ਹਾਉਂਦੇ, ਸਾਡੀ ਭੁੱਲ ਹੈ। ਕਈ ਜਨਮ ਸਾਲ ਤਾਂ ਛੱਡੋ, ਕਈ ਜਨਮ ਉਹ ਸਕੂਲ ਦੇ ਵਿੱਚ ਜਾਈ ਜਾਓ, ਬਗੈਰ ਮਾਸਟਰ ਤੋਂ ਤੁਹਾਡੇ ਬਿਲਕੁਲ ਵੀ ਉਹ ਬੇਅਰਥ ਨੇ। ਪਹਿਲਾਂ ਸਾਨੂੰ ਇਹੀ ਨਹੀਂ ਪਤਾ ਜੀ ਗੁਰੂ ਕਹਿੰਦੇ ਕਿਹਨੂੰ ਨੇ। ਬਹਿਸਾਂ ਬਹੁਤ ਹੁੰਦੀਆਂ ਨੇ, ਬੜੀਆਂ ਤਰਕਾਂ ਹੁੰਦੀਆਂ ਨੇ, ਪਰ ਹਾਲੇ ਇਹ ਨਹੀਂ ਪਤਾ ਵੀ ਗੁਰੂ ਕਿਹਨੂੰ ਕਹਿੰਦੇ ਨੇ। ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਫੈਸਲਾ ਕੀਤਾ ਬਾਣੀ ਨੇ। ਬਾਣੀ ਕੋਈ ਝੂਠੀ ਨਹੀਂ ਕਰ ਸਕਦਾ ਬਾਣੀ ਨੂੰ। ਸਤ ਕਾਲ ਸੱਚ ਹੈ, ਸੱਚੀ ਬਾਣੀ ਹੈ। ਬਾਣੀ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਾਂ ਕਹਿੰਦੇ ਹਾਂ ਸਾਰੀ ਬਾਣੀ ਪੜ੍ਹਨ ਵਾਲੇ, ਬਾਣੀ ਸੁਣਨ ਵਾਲੇ ਕਹਿੰਦੇ ਆ ਨਾ, ਉਹ ਸਰੀਰ ਨੂੰ ਗੁਰੂ ਨੇ ਕਿਹਾ, ਸ਼ਬਦ ਨੂੰ ਗੁਰੂ ਕਿਹਾ। ਕਿਸੇ ਪੰਜਾਂ ਤੱਤਾਂ ਦੇ ਵਿੱਚ ਪੰਜਾਂ ਤੱਤਾਂ ਨੂੰ ਗੁਰੂ ਨੂੰ ਕਿਹਾ। ਪੰਜਾਂ ਤੱਤਾਂ ਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਹੈ ਸ਼ਬਦ ਦੀ, ਉਸ ਨੂੰ ਗੁਰੂ ਕਿਹਾ। ਮਾਸਟਰ ਦੇ ਸਰੀਰ ਨੂੰ ਗੁਰੂ ਨੂੰ ਕਿਹਾ। ਮਾਸਟਰ ਜਿਹੜੀ ਸਾਨੂੰ ਡਿਗਰੀ ਦੇਊਗਾ, ਵਿੱਦਿਆ ਦੇਊਗਾ, ਉਹਨੂੰ ਗੁਰੂ ਕਿਹਾ। ਜੀ ਤੋਂ ਇੰਜੀਨੀਅਰ ਦਾ ਕੰਮ ਸਿੱਖਦੇ ਹਾਂ, ਉਹ ਇੰਜੀਨੀਅਰ ਨੂੰ ਕੰਮ ਸਿਖਾਉਣ ਵਾਲਾ ਉਹ ਗੁਰੂ ਨਹੀਂ, ਉਹ ਗੁਰੂ ਹੈ ਜਿਹੜਾ ਉਹ ਸਾਨੂੰ ਕੰਮ ਇੰਜੀਨੀਅਰ ਦੇ ਸਿਖਾਉਂਦਾ। ਜਿਹੜੇ ਗੁਣ ਨੇ ਉਹਦੇ ਵਿੱਚ, ਗੁਣ ਨੂੰ ਗੁਰੂ ਕਿਹਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਕਰਕੇ ਅੱਜ ਇਹ ਜਿਹੜਾ ਸੰਸਾਰ ਹੈ, ਤਿੰਨ ਗੁਣ ਨੇ, ਰਜੋ ਤਮੋ ਤੇ ਸਤੋ। ਇਹ ਤਿੰਨ ਗੁਣ ਨੇ, ਤਿੰਨ ਗੁਣੀ ਮਾਇਆ ਇਹ। ਇਹ ਤਿੰਨ ਗੁਣੀ ਮਾਇਆ ਦੇ ਵਿੱਚ ਇਹ ਜਿੰਨਾ ਸੰਸਾਰ ਹੈ ਉਹ ਅੱਜ ਵਿਚਰ ਰਿਹਾ ਹੈ। ਸ਼ਬਦ ਗੁਰੂ ਨੂੰ ਕੌਣ ਸਮਝੂਗਾ? ਸੁਰ ਧੁਨ ਚੇਲੇ ਨੂੰ ਕੌਣ ਸਮਝੂਗਾ? ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ। ਮੈਂ ਹੈਰਾਨ ਹਾਂ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਫਿਰ ਵੀ ਤਰਕਾਂ 'ਤੇ ਬਹੁਤ ਪਏ ਹੈ, ਬਹਿਸਾਂ ਬਹੁਤ ਕਰਦੇ ਆ, ਅਮਲ ਕੋਈ ਨਹੀਂ ਕਰਦਾ ਹੈ। ਜਗ੍ਹਾ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗੁਰ ਪ੍ਰਸ਼ਾਦ। ਗੁਰ ਪ੍ਰਸ਼ਾਦ ਹਰੇਕ ਮੰਗਲਾਚਰਨ ਦੇ ਮੂਹਰੇ ਲਿਖਿਆ ਹੋਇਆ, ਹਰੇਕ ਗੁਰੂ ਦੀ ਬਾਣੀ ਦੇ ਮੂਹਰੇ ਲਿਖਿਆ ਹੋਇਆ, ਮੰਗਲਾਚਰਨ ਦੇ ਮੂਹਰੇ ਲਿਖਿਆ ਹੋਇਆ ਗੁਰ ਪ੍ਰਸ਼ਾਦ। ਗੁਰ ਪ੍ਰਸ਼ਾਦ ਦਾ ਕੀ ਅਰਥ ਹੈ? ਪ੍ਰਸ਼ਾਦ ਦਾ ਭਾਵ ਹੈ ਕਿਰਪਾ। ਗੁਰੂ ਦਾ ਭਾਵ ਹੈ ਮਹਾਂਪੁਰਸ਼, ਜਿਹਦੇ ਕਿ ਮਹਾਂਪੁਰਸ਼ ਤੋਂ ਕਿਰਪਾ ਹੋ ਗਈ। ਕਿਰਪਾ ਤੋਂ ਬਗੈਰ ਨਹੀਂ ਬਣਨਾ। ਨਾਲੇ ਆਪਾਂ ਸਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਤਿੰਨ ਗੁਣ ਦੀ ਮਾਇਆ ਦੇ ਵਿੱਚ ਉੱਡਰ ਜਾਂਦੇ ਹਾਂ। ਅੱਜ ਦੇਖੋ, ਜਿੰਨੀ ਵੀ ਮਾਇਆ ਕਿਸੇ ਦੇ ਕੋਲ ਆ ਗਈ, ਚਾਹੇ ਉਹ ਸੰਤ ਹੈ, ਚਾਹੇ ਉਹ ਕਥਾਵਾਚਕ ਹੈ, ਚਾਹੇ ਉਹ ਵਿਦਵਾਨ ਹੈ, ਚਾਹੇ ਉਹ ਗਿਆਨੀ ਹੈ, ਕੁਛ ਵੀ ਆ, ਜਿਹਦੇ ਕੋਲ ਮਾਇਆ ਆ ਗਈ ਉਹ ਮਾਇਆ ਨੇ ਬੁੱਧੀ ਭ੍ਰਿਸ਼ਟ ਕਰ ਦੇਣੀ ਹੈ। ਕਿਉਂਕਿ ਲਿਖਿਆ ਹੈ ਪਾਪਾਂ ਬਾਝੋ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਗੈਰ ਇਕੱਠੀ ਨਹੀਂ ਹੁੰਦੀ ਹੈ, ਮਰਿਆ ਦੇ ਸਾਥ ਨਹੀਂ ਜਾਂਦੀ ਹੈ। ਫਿਰ ਆਪਾਂ ਇੱਥੇ ਉਲਝੇ ਫਿਰਦੇ ਨਾਲੇ ਸੰਸਾਰ ਨੂੰ ਲਿਜਾਉਣੇ। ਅੱਜ ਆਓ ਵੀਰੋ, ਆਓ ਸੰਗਤ ਜੀ, ਆਪਾਂ ਭਗਤੀ ਦਾ ਅਰਥ ਸਮਝੀਏ। ਭਗਤੀ ਕੀ ਹੈ? ਗੁਰੂ ਦਾ ਅਰਥ ਸਮਝੀਏ, ਗੁਰੂ ਕੀ ਹੈ। ਜਦੋਂ ਆਪਾਂ ਇਹ ਸਮਝਾਂਗੇ ਨਾ,
फिर अपनी जिहड़ी जिंदगी है, जिहड़ी मानस जही है, वो लेखे में लग जूगी। लेखे च लग जूगी वो। देखो, मैं कदे भी अपनी मिसाल नहीं दिंदा, मैं तुहानूं प्रतੱਖ मिसाल दूँ। मैं कदे बाणी जी बहुता उलझा, ग्रंथां विच नहीं उलझा, मैं पढ़े ही नहीं, मैं पढ़ने नहीं जानदा। मेरी 85 साल की उम्र हो गई, मैं गृहस्थ दे विच रह के, बाल बच्चों विच रह के, अपने 10 नौ की किरत करके, नाले मैं नाम सिमरन करदा, नाले मैं गुरु का लंगर चलाउणा। तुसीं हैरान होवोगे, मैं किसी तो मंगदा नहीं हाँ। तुसीं हैरान होवोगे, मैं दबान लाउना, कोई आके इस नूं प्रतੱਖ पुछ लो, देख लो, मैं किसी दबान की भेटा माया नहीं लैंदा, नहीं लैंदा। मैं कदे मूहरे चकदा नहीं ग्रंथ साहब दे माया, मैं ग्रंथ साहब दे अर्पण कर दिंदा, जिहड़े गुरु की माया गुरु दे दिंदा। कदे भी मैं किसी बीड़ के उपर जाके, किसी बल के उपर जाके बोरी नहीं सिੱਟੀ। मैं ये नहीं कहा भी मैनूं बोरी भर दो कणक की, मैं लंगर चलाउणा, नहीं, मैं नहीं गया। मैं जदों ये बाणा पाया गुरु नानक का, जदों मैं राड़ा साहब बड़े महापुरुषों के संपर्क दे विच आया, जद तो राड़ा साहब बड़े महापुरुषों ने किरपा की, मैं गुरमुखो 15 लाख की नौकरी छड्ड के, 15 लाख रुपये महीने की नौकरी, 15 लाख रुपये महीने की नौकरी छड्ड के मैं संतां दे चरण फड़ लए, राड़े साहब की ढक्की विच। की चरण फड़ लए, फकीर बन गया। फकीर कोई स्वाह मलण नूं नहीं कहते, जटा रखण नूं नहीं कहते, धूआ तारीਆਂ नूं नहीं कहते हैं। फकीर किसी भेख नूं नहीं कहते, फकीर अंदरों बनना, बाहरों नहीं बनना, अंदरों फकीर बनना, अंदर नूं। और मेरी जो भी ये नहीं मैं लैंदा नहीं, दिंदे ने, पर मैं मर्यादा करदा। जदों मैं जबान लाउणा, बाहर भी ला के आउणा जबान, मैं इलाके विच भी लाउणा, पंजाब च भी लाउणा, हिंदुस्तान च भी लाउणा, बाहरले मुल्कां च मैं जबान लाउणा। कोई जाके पुछ लो, मैं एड्रैस दे दूँगा, टेलीफोन लिखा दूँगा, पंजाब दे लिखा दूँ, बाहरले लिखा दूँ। थोनू कोई ये संगत कह दबे भी संत महेंद्र सिंह ने दबाना के पैसे लए ने, या दबाना के पैसे मूहरे चकदा, थोड़े सामने चोड़ा ला के किल्ली टंगूगा मैं। तुसी जाके मेरे इलाके में आ जाओ, जिन्हें आना जब मर्जी आ जाओ, नंबर मैं दे दूँगा। पिंडां विच पुछो जाके, इलाके पुछो जाके, जे तुहानूं कोई ये कह देवे ना बई संत महेंद्र सिंह चोड़ा पा के साडे कोल मंगण आया सी भी आ लंगर वास्ते बोरी दिओ कणक दी, मैं चोड़ा किले टंग दूँ, ला के थोड़े सामने टंगूगा। मैं मंगदा, मैं मंगया मैं मंगदा की तो हाँ, मैं मंगदा गुरु ग्रंथ साहब महाराज के चरणों विचों अरदास करके पल्ला ढोके मंगदा। मैं मंगता की तो मंगदा, मैं राड़ा साहब बड़े महापुरुषों के चरणों का ध्यान ला के चरणों विचों मंगदा, जिन्होंने मैनू फकीर बनाया। वो जे आपां अज दबाना के पैसे पिछे लड़ी जाने, चढ़ावे पिछे लड़ी जाने, वो काहदे दबान ने, काहदा प्रचार आ, हो कोई प्रचार नहीं है। भगती कदे भी मैं दावे ना कहना, अज कलयुग के विच बिहंगम रह के भगती कोई बिरला ही होऊगा, बिरला ही।
नहीं गुरु नानक देव जी महाराज के बचनों के मुताबक कहते कलयुग की भगती किहदी मंजूर होगी, जिहड़ा गृहस्थ दे विच रह के दसां नौहां की किरत करके अपने बच्चों का पालन पोषण करके अपने परिवार के जिम्मेवारियां निभा के उत्ते फिर वो भगती में चले तो भगत बने, उन्होंने कहते हैं भगत, उन्होंने कहते हैं भगत। पर अज असीं क्यों लड़ाइयां झगड़े हो रहे हैं, साडे क्यों हो रहे हैं? अज कमाइयां नहीं हैगियां, कमाइयां घट गईयां। अज बच नहीं मनते किसी महापुरुष से। अता 6 महीने लाए, चोड़ा पाया, 2 सिरा सिक्कियां, गड्डी एक लै ली, किश्तां ते संत बन गए। नहीं नहीं नहीं, संत की डेफिनेशन की है? संत किहनूं कहते ने? मैं नहीं कहता, पंजाब की गौरमेंट नहीं कहती मोहर लाउंदी, कोई हिंदुस्तान की गौरमेंट नहीं मोहर लाउंदी, संत के उपर नहीं लाउंदी। ये मोहर लाई है साडे गुरु ग्रंथ साहब महाराज ने। की मोहर लाई है? जिना स्वास गुरास न बिसरै, हर नामा मन मंत, धन से सोई नानका, पूर्ण सोई संत। अधूरा भी नहीं कहा, पूर्ण कहा, पूर्ण। ये गल नूं चढ़ा दोगे तुसीं? इस गल के उत्तों कोई तर्क कर लू? नहीं कर सकता। अज कमाई नहीं, अज तर्क वो करते हैं जिहड़े पढ़ लिख के 4 जमातां पढ़ के संत बन गए, ਜਾਂ साध संगत जी इतिहासां की खोज कर ली। वो इतिहासां की खोज करके की मिलता तुहानूं? खोज करो अपने अंदर की, जितों परमेश्वर ने मिलना। आ बाहर दी खोजा करके आपां आपस विच ही लड़ी जाने आ। समा खालसा पंथ की बेइज्जती हुंदी है। अज खालसा पंथ साडा पब्बर भूसे विच पाया पिया। वो भी समा सी कोई, जदों संत बाबा अतर सिंह जी महाराज ने सिमरन किया, भगत किया, जां किते तरका सीगियां ये? वो भी समा सी कोई, जदों बाबा नंद सिंह ने भगती की, उन्होंने की है भगती, करके दिखाई है भगती, बैठ के दिखाया चौकड़ा मार के, गल्लां बातां नाल नहीं। जां किते तरका सीगियां इन्नियां? जदों बाबा करम सिंह जी होती मैदान वालियां ने फौज दे विचों नौकरी छड्ड के भगती की, वो जा किते गल्लां तरका सीगियां? राणा साहब वाले महापुरुषां ने रेणू साहब बाबा अतर सिंह जी महाराज के चरनां दे विचों ये विद्या प्राप्त करके जो राणे की ढक्की नूं भाग लाए, वो जा किते आ गल्लां होईयां सी। जद कमाइयां थियां, कमाइयां बड़े साधु सी, अज कमाइयां नहीं हन। मैं कई मेरे वीरां नूं कहा, मैं अज भी कहना तुहानूं, दुनिया उन्हें कहना, मैं संतां नूं कहना, जिहड़े महात्मा मैं उन्हां नूं कहना, एक पक्की माला मूल मंत्र दी, एक पक्की माला वाहिगुरू जाप दी, मैनूं 40 दिन करके दिखा देना चौकड़ा मार के। 40 दिन मैं वो चरण धो पीऊँगा। एक पक्की माला मूल मंत्र दी, एक पक्की माला गुरु मंत्र वाहिगुरू जाप दी, चौकड़ा मार के आसन ला के 40 दिन कर लो। 40 दिन लग जू पता भी संत किहनूं कहंदे ने, भगती किहनूं कहंदे ने। गल्लां बातां नाल नहीं बनदी गल्लां, प्रैक्टिकल कीता। मैं जदों राणा साहब ने संतां दे चरण फड़े, मैं कोई नहीं सिक्ख्या उन्होंने तो, कीर्तन कोई नहीं सिक्खी विद्या, कोई नहीं पढ़े मैं ग्रंथ, कोई नहीं मैनूं पैसे दा लालच दी। पैसे दा लालच मैनूं तां हुंदा, मैं 10 लाख की 15 लाख की नौकरी क्यों छड्डदा? मैं तां बाजे मूहरे पैसे चकदा, मैं 15 लाख की नौकरी क्यों छड्डदा? नहीं,
कर लो, दरियाफ्त कर लो। जे तुहानूं एक भी कह देवे कोई भी संत महेंद्र सिंह ने दबान का पैसा लिया, दबान का पैसा मंगया, गुरु ग्रंथ साहिब के मूहरों चढ़ावा चक्या, मैं तुहाडे सामने चोड़ा किलीरां ढक के रखूँगा। ये मेरा चैलेंज है गल का। दूई गल, आउंदे ने, चलदा लंगर, माया आउंदी है, पर शरधा रखी हुई है। शरधा दे नाल किलो दे जो, शरधा नाल कोई 51 रुपये रख दो दुकान दे, 51 निष्कारी करके चक ला दे। 100 रुपये तक भी चक्या। कई बार किसी ने दबान लाउणा, 100 रुपये मूहरे रख दे, लो बाबा जी एक सरोपा दे 100 रुपये थोड़ी भेट आ, मैं मत्थे नमस्कारी करके चोले पा लैनी आ। मैं ऐसा फकीर हाँ, मैं हारे जागदा जिउंदा, जिन्हें भी दरियाफ्त करनी हो आके कर लो, मैनूं मिल लिओ। बलोह वाला संत महेंद्र सिंह कहते ने, चहला गुरुद्वारा, मेरे नाल बहस कोई पढ़ाई पिछों ना करिओ, मेरे नाल बहस किसी ग्रंथी ना करिओ, मेरे नाल किसी इतिहास जी ना करिओ, मेरे नाल जिन्हें बहस करनी है चौकड़ा मार के भंड करो, अंदर कर लो, अंदर नहीं करो, आ जाओ जिन्हों मर्जी कर लो। रब अंदर बाहर नहीं है। जे बाहर मिलता होंदा ना, 37 साल जंगलों के विच फरीद फिरदा रहा कंडे पांदा, उन्होंने मिलिया नहीं है, कख भी नहीं मिलिया। जे मिलिया, सही रास्ता किसी ने दसिया, फरीदा वो पहले जुगती सिख नाम दी गुरु धारण कर, को हाजिर जी बह जाके गुरु धारण किया, उन्हें दसी विधि भजन की, फिर जाके उसका जो ध्यान सी वो ध्यान अंतर्मुख किया। अज ही मैं कहना, बाहर का ध्यान तो रजोगुणी, तमोगुणी, सतोगुणी 3 गुणी आ। चौथे पद के आओ अंदर, जे रब नूं मिलना, जे परमेश्वर नूं मिलना। इदा कहते हैं फरीद जी, इदा पढ़ो की कहते हैं, रब मूरखा अंदर तेरे बसदा, वो जंगला चो फिरे पाड़दा। रब मूरखा अंदर तेरे बसदा, वो जंगला चो फिरे पाड़दा। जंगला चो रब मूरखा अंदर ओए तेरे बसदा, तू जंगला च फिरे पाड़दा। रब मूरखा अंदर तेरे बसदा, जंगला च फिरे पाड़दा। प्यारे जी जंगला चो फिरे पाड़दा, मेरे प्यारे
ਜੰਗਲਾਂ 'ਚ ਫਿਰੇ ਪਾਲਦਾ। प्यारे जी कोई जंगलां च फिरे पालदा, मेरे प्यारे जंगलां च फिरे पालदा। रब मूर्खा अंदर तेरे बसदा, ओ अंदर तेरे बसदा, जंगलां च फिरे पालदा। रब मूर्खा अंदर तेरे बसदा, जंगलां च फिरे पालदा। ਹੁਣ ਆਪਾਂ ਰੱਬ ਨੂੰ ਬਾਹਰ ਭਿੜਦੇ ਫਿਰਦੇ ਹਾਂ। ਨਹੀਂ, ਜਦੋਂ ਮਿਲੂਗਾ ਅੰਦਰੋਂ ਮਿਲੂਗਾ। ਮੈਂ ਹੈਰਾਨ ਹਾਂ ਬਾਣੀ ਪੜ੍ਹਨ ਵਾਲਿਆਂ ਦੇ, ਬਾਣੀ ਸੁਣਨ ਵਾਲਿਆਂ ਦੇ, ਜਿਹੜੇ ਤਰਕਾ ਕਰਦੇ ਨੇ ਉਹਨਾਂ ਤੇ। ਉਹ ਰੱਬ ਕੀ ਕਹਿੰਦਾ, ਗ੍ਰੰਥ ਕੀ ਕਹਿੰਦਾ? ਸੋਈ ਸੋਈ ਬ੍ਰਹਮੰਡ ਹੈ, ਸੋਈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ, ਸੋ ਪਾਵੇ। ਉਹ ਗੁਰੂ ਗ੍ਰੰਥ ਸਾਹਿਬ ਤਾਂ ਮਹਾਰਾਜ ਕਹਿੰਦੇ ਖੋਜ ਕਰਨੀ ਹੁੰਦੀ, ਤੁਸੀਂ ਬਾਹਰਲੀ ਕਰਦੇ ਹੋ। ਗੁਰੂ ਮਹਾਰਾਜ ਕਹਿੰਦੇ ਅੰਦਰਲੇ ਗ੍ਰੰਥ ਦੀ ਖੋਜ ਕਰਨੀ, ਤੁਸੀਂ ਬਾਹਰਲੇ ਗ੍ਰੰਥਾਂ ਦੀ ਖੋਜ ਕਰਦੇ ਹੋ। ਗੁਰੂ ਮਹਾਰਾਜ ਕਹਿੰਦੇ ਚੌਕੜਾਂ ਮਾਰ ਕੇ ਕਮਾਈ ਕਰਨੀ ਆ, ਅਤੇ ਤੁਸੀਂ ਇੱਦਾਂ ਹੀ ਭਾਲਦੇ ਹੋ। ਨਹੀਂ, ਮਿਹਨਤ ਕਰਨੀ ਪਊਗੀ। ਕੋਈ ਵੀ ਕੰਮ ਹੈ, ਮਿਹਨਤ ਕਰਨੀ ਪਊਗੀ। ਮਿਹਨਤ ਕਰੇ ਤੋਂ ਬਗੈਰ ਨਹੀਂ ਬਣਦੀ ਗੱਲ। ਔਰ ਸ਼ਬਦ ਦੇ ਵਾਸਤੇ ਕੋਈ ਰਸਤਾ ਦੇਖਣਾ ਵੀ ਢੂੰਡਣਾ ਪਊਗਾ। ਬਚਨ ਮੰਨੋ ਕਿਸੇ ਦੇ ਬਣ ਜਾਓ, ਜਾਂ ਕਿਸੇ ਨੂੰ ਬਣਾ ਲਓ। ਉਹ ਨਾ ਤਾਂ ਆਪਾਂ ਕਿਸੇ ਦੇ ਬਣਦੇ ਹਾਂ ਅਤੇ ਨਾ ਕਿਸੇ ਨੂੰ ਬਣਾਉਣੀ ਆ। ਅੱਜ ਤਾਂ ਹੀ ਸਾਧ ਲੜਾਈਆਂ ਝਗੜੇ ਹੋ ਰਹੇ ਨੇ ਪੰਥਾਂ 'ਚ। ਨਾ ਬਣਦੇ ਆ ਨਾ ਬਣਾਉਣੇ ਆ ਕਿਸੇ ਨੂੰ, ਫਿਰ ਤਾਂ ਗੱਲ ਨਹੀਂ ਨਾ ਬਣਦੀ ਹੈ। ਜਦ ਤੱਕ ਕਿਤੇ ਬਣ ਜਾਓ, ਜਾਂ ਫਿਰ ਬਣਾ ਲਓ ਕਿਸੇ ਨੂੰ, ਫਿਰ ਇਹ ਗੱਲ ਬਣਨੀ ਆ। ਅਤੇ ਅੰਦਰ ਜਦੋਂ ਧਿਆਨ ਲਾਉਣਾ, ਦੇਖੋ ਰਹੇ ਕੰਮਾਂ, ਕੋਈ ਵੀ ਕੰਮ ਹੈ, ਚਾਹੇ ਉਹ ਮਿਸਤਰੀ ਦਾ, ਚਾਹੇ ਉਹ ਹਲ ਵਾਹੁਣ ਦਾ, ਚਾਹੇ ਉਹ ਦੁਕਾਨਦਾਰੀ ਦਾ, ਚਾਹੇ ਉਹ ਕੋਈ ਵੀ ਬਿਜ਼ਨਸ ਆ, ਕਿਹੜਾ ਊੜੇ ਵਾਲੇ ਤੋਂ ਸ਼ੁਰੂ ਹੋਊਗਾ। ਊੜੇ ਵਾਲੇ ਤੋਂ ਸ਼ੁਰੂ ਹੋਊਗਾ। ਹੁਣ ਕਈ ਵੀਰ ਕਹਿੰਦੇ ਨੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਮਨ ਸਾਡਾ ਕਿਤੇ ਫਿਰਦਾ ਹੁੰਦਾ, ਨਿਗਾਹ ਸਾਡੀ ਕਿਤੇ ਫਿਰਦੀ ਹੁੰਦੀ ਹੈ, ਬੁੱਲ ਸਾਡੇ ਕਿਤੇ ਪਰਕਦੇ ਹੁੰਦੇ ਨੇ, ਅਤੇ ਅਸੀਂ ਕਿਤੇ ਹੁੰਦੇ ਹਾਂ। ਦੱਸੋ, ਬੁੱਲ ਸਾਡੇ ਕਿਤੇ ਨੇ, ਨਿਗਾਹ ਸਾਡੀ ਕਿਤੇ ਫਿਰਦੀ ਹੈ, ਸੁਰਤ ਸਾਡੀ ਕਿਤੇ ਫਿਰਦੀ ਹੈ। ਮਨ ਨੂੰ ਅਸੁਰਤ ਮਨ ਨੂੰ ਕਹਿੰਦੇ ਨਾ, ਪੁੰਨੇ ਨੂੰ। ਹੁਣ ਮਨ ਕਿਤੇ ਗੋਭੀ ਦਾ ਫੁੱਲ ਨਹੀਂ ਹੈ ਅੰਦਰ ਵੀ ਗੋਭੀ ਦਾ ਫੁੱਲ ਹੈ ਇਹ। ਮਨ ਕਹਿੰਦੇ ਨੇ ਫੁਰਨੇ ਨੂੰ, ਇਹਨੂੰ ਰੋਕਣਾ।
ਇਹਨੂੰ ਰੋਕਣ ਦੇ ਵਾਸਤੇ 4 ਬਾਣੀਆਂ ਨੇ। ਇਹ ਸਾਰੀਆਂ ਮਨ ਨੂੰ ਰੋਕਣ ਦੀ ਵਿਧੀ ਉਹ ਹੈ ਦੱਸਦੇ ਨੇ ਮਹਾਂਪੁਰਸ਼। 4 ਬਾਣੀਆਂ ਦੇ ਵਿੱਚ ਪਹਿਲਾਂ ਸਿਮਰਨ ਕਰਨਾ, ਮੈਖਰੀ, ਮਧਵਾ, ਬਸੰਤੀ, ਚੌਥੀ ਪਰਾ। ਇਹਦੇ ਵਿੱਚ ਸਿਮਰਨ ਦੇਖੋ ਕਰਕੇ ਫਿਰ ਪਤਾ ਲੱਗਦਾ ਭਗਤੀ ਹੁੰਦੀ ਹੈ। ਮੈਂ ਸਵਾ ਸਾਲ ਕੀਤਾ, ਇੱਕ ਤੇ ਸਵਾ ਸਾਲ ਕੀਤਾ, ਮੈਖਰੀ ਬਾਣੀ ਕਰਾਈ ਮਹਾਂਪੁਰਸ਼ਾਂ ਨੇ। ਸਵਾ ਸਾਲ ਮਧਵਾ, ਸਵਾ ਸਾਲ ਬਸੰਤੀ, ਸਵਾ ਸਾਲ ਦੇ ਵਿੱਚ ਕਰਾਈ ਪਰਾ ਬਾਣੀ। ਸਵਾ ਸਾਲ 4 ਬਾਣੀਆਂ ਨੂੰ। ਜਦੋਂ ਫਿਰ ਮਨ ਦਾ ਟਿਕਾ ਆਇਆ, ਫਿਰ ਸੰਤਾਂ ਨੇ ਦੱਸਿਆ ਧਿਆਨ ਲਾਉਣਾ ਤਿਰਕੁਟੀ ਵਿੱਚ। ਈਲਾ, ਪਿੰਗਲਾ, ਸੁਖਮਣਾ ਜਾਂਦੀ ਹੈ ਗੱਭਾ, ਜਿਹਨੂੰ ਸੁਖਮਣਾ ਨਾੜੀ ਕਹਿੰਦੇ ਆਪਾਂ। ਇਹ ਹੈਗੀ ਤਿਰਕੁਟੀ। ਕਈ ਇੱਥੋਂ ਮੱਥੇ ਵਿੱਚੋਂ ਵੀ ਖਿਲਾਉਂਦੇ ਨੇ, ਕਈ ਸਰਵਾਈਕਲ ਦੇ ਵਿੱਚੋਂ ਵੀ ਖੁੱਲ੍ਹਦੀ, ਪਿੱਠ ਪਿੱਛੋਂ ਵੀ ਖੁੱਲ੍ਹਦੀ ਹੈ ਇਹ ਤਿਰਕੁਟੀ। ਜਦੋਂ ਇਹ 4 ਬਾਣੀਆਂ, ਮੈਂ ਤਾਂ ਸਵਾ ਸਾਲ ਲਾਇਆ ਇੱਕ ਬਾਣੀ ਨੂੰ, 5-6 ਸਾਲ ਲਾਤੇ। 5 ਸਾਲ ਕਿਉਂ, 6-7 ਸਾਲ ਬਣ ਗਏ। ਸਵਾ ਦੇ ਹਿਸਾਬ ਨਾਲ ਕਿੰਨੇ ਬਣ ਗਏ ਬਈ? 4 ਸਵਾਇਆ 5 ਸਾਲ ਲਾਤੇ ਮੈਂ ਤਾਂ ਊੜੇ ਵਾਲੇ ਨੂੰ। ਊੜੇ ਨੂੰ 5 ਸਾਲ। 5 ਸਾਲ ਤੋਂ ਬਾਅਦ ਜਾ ਕੇ ਕਿਤੇ ਫੇਰ ਜਦੋਂ ਪਰਾ ਬਾਣੀ ਦੇ ਵਿੱਚ ਆਈ, ਹੋਈ ਕਿਰਪਾ। ਦੇਖੋ ਇਹ ਸਾਰੇ ਸਰੀਰ ਦੇ ਵਿੱਚ ਚੱਕਰ ਨੇ, ਤੁਹਾਡੇ ਸਾਰੇ ਸਰੀਰ 'ਚ ਚੱਕਰ ਨੇ, ਬਾਹਰ ਨਹੀਂ ਆਉਣਾ। ਬਾਹਰਲੇ ਚੱਕਰਾਂ 'ਚ ਨਾ ਪਾਓ। ਜੇ ਅੱਜ ਬਾਹਰਲੇ ਚੱਕਰਾਂ ਵਿੱਚ ਪਏ ਫਿਰਦੇ ਹੋ ਤਾਂ ਹੀ ਲੜਾਈਆਂ ਹੁੰਦੇ ਨੇ, ਤਾਂ ਹੀ ਝਗੜੇ ਹੁੰਦੇ ਨੇ, ਤਾਂ ਹੀ ਬਹਿਸਾਂ ਹੁੰਦੀਆਂ ਨੇ, ਤਾਂ ਹੀ ਤਰਕਾਂ ਹੁੰਦੀਆਂ ਨੇ। ਇਹ ਬਾਹਰਲੇ ਚੱਕਰ ਵਾਲੇ ਹੁੰਦੀਆਂ ਨੇ। ਅੰਦਰੇ ਚੱਕਰਾਂ ਵਿੱਚ ਆਓ। ਅੰਦਰ ਆ ਗਿਆ, ਮੋਟੇ ਜ਼ਿਆਦਾ, ਬਰੀਕੀ ਜਿਵੇਂ ਜਾਂਦਾ। ਨਾਭੀ ਚੱਕਰ, ਹਿਰਦਾ ਚੱਕਰ, ਕੰਠ ਚੱਕਰ, ਨੱਕ ਦੀ ਕੁੰਭਲ ਚੱਕਰ, ਆਗਿਆ ਚੱਕਰ, ਦੋਨੇ ਅੱਖਾਂ ਦੇ ਵਿਚਾਲੇ ਆਗਿਆ ਚੱਕਰ, ਈਲਾ, ਪਿੰਗਲਾ, ਗੱਭੇ ਵਾਸਤੇ ਫਿਰ ਤਿਰਕੁਟੀ ਖੋਲ੍ਹਣੀ। 10ਵਾਂ ਦਵਾਰ। ਮੈਂ 10ਵਾਂ ਦਵਾਰ ਵੀ ਕੁਛ ਨਹੀਂ ਸਮਝਦਾ, ਮੈਂ ਦਾਅਵੇ ਦਾ ਕਹਿਣਾ। 10ਵਾਂ ਦਵਾਰ ਵੀ ਇੱਕ ਸਰੀਰ ਦੇ ਵਿੱਚ ਹੀ ਹੈ। ਜਿਹੜਾ 10ਵਾਂ ਦਵਾਰ ਆ ਉਹ 5 ਤੱਤ ਸਰੀਰ ਦੇ ਵਿੱਚ ਹੀ ਆ। ਉਹ ਭਗਤੀ ਦਾ ਨਾਮ ਤਾਂ ਜਦ ਆਉਂਦਾ ਜਦ ਜਿਉਂਦੇ ਜੀ ਮਰਨਾ। ਮਰਨਾ ਗੱਲਾਂ ਬਾਤਾਂ ਨਾਲ ਨਹੀਂ ਮਰਨਾ, ਮਰਨਾ ਮਰਾਉਂਦੇ ਨੇ ਸੰਤ। ਮਰਾਇਆ ਮੈਨੂੰ ਸਾਧੂਆਂ ਨੇ। ਜਦੋਂ 10ਵੇਂ ਦਵਾਰ ਦੇ ਵਿੱਚੋਂ ਸੁਰਤ ਨੂੰ ਬਾਹਰ ਕੱਢਣਾ, ਪਾਰ ਬ੍ਰਹਮ ਦੇ ਵਿੱਚ, ਪਾਰ ਬ੍ਰਹਮ ਦੇ ਵਿੱਚ, ਉੱਥੇ ਕੀ ਆਵਾਜ਼ ਆ? ਤੂੰ ਹੀ ਤੂੰ, 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 ਤੂੰ ਹੀ ਤੂੰ ਦੀ ਆਵਾਜ਼ ਹੋ ਜਾਂਦੀ ਹੈ। ਜਦੋਂ 10ਵੇਂ ਦਵਾਰ ਤੋਂ ਸੁਰਤ ਬਾਹਰ ਕੱਢਤੀ, ਫਿਰ ਤੁਹਾਡੇ ਵਿੱਚ ਕੀ ਰਹਿ ਗਿਆ? ਸਵਾਸ ਤਾਂ ਤੁਹਾਡੇ ਬਾਹਰ ਵਗ ਗਏ, ਡੈਡ ਹੋ ਗਿਆ, ਮਰ ਗਏ ਜਿਉਂਦੇ ਜੀ। ਉਹ ਜਿਉਂਦੇ ਜੀ ਮਰਨਾ ਗੁਰੂ ਦੇ ਚਰਨਾਂ ਵਿੱਚ ਫੇਰ ਆਉਂਦਾ। ਸਵਾਦ ਪਾਸ ਕੀ ਦਾ, ਗੱਲਾਂ ਬਾਤਾਂ ਨਾਲ ਨਹੀਂ ਆਉਂਦਾ। ਆਓ ਮਰੋ, ਕੋਈ ਦਿਖਾਓ ਮੈਨੂੰ ਮਰ ਕੇ। ਕੋਈ ਬਿਰਲਾ ਮਾਈ ਦਾ ਲਾਲ, ਬਿਰਲਾ ਹੀ ਹੈ। ਐਡੀ ਬੜੀ ਸੰਪਰਦਾਇ ਦੇ ਵਿੱਚੋਂ ਬਾਬਾ ਪੁੱਛੋ ਵਾਲੇ ਮਾਨ ਨਾਮ ਸਿੰਘ ਜੀ, ਜਿਹਨਾਂ ਨੇ ਐਡੀ ਬੜੀ ਭਗਤੀ ਕੀਤੀ। ਕੋਈ ਉਹਦੇ ਵਿੱਚ ਕਿਸੇ ਸੇਵਕ ਨਹੀਂ ਸੀ, ਬਹੁਤ ਸੇਵਕ ਸੀਗੇ, ਬਹੁਤ ਜਗਿਆਸੂ ਸੀਗੇ, ਪਰ ਕਿਹੜਾ ਨਿਤਰਿਆ? ਇੱਕੋ ਹੀ ਆਤਮਾ ਨਿਕਲੀ, ਬਾਬਾ ਨੰਦ ਸਿੰਘ ਜੀ ਖਲੇਰਾਂ ਵਾਲੇ, ਜਿਨ੍ਹਾਂ ਨੇ ਬਚਨ ਮੰਨੇ, ਤਪੱਸਿਆ ਕੀਤੀ ਮਹਾਂਪੁਰਸ਼ਾਂ ਦੀ। ਚੌਕੜੇ ਮਾਰੇ, ਪਹਿਲਾਂ 4 ਬਾਣੀਆਂ ਨੂੰ ਸਵਾ ਸਾਲ ਪਾਸ ਕੀਤਾ। ਫਿਰ ਆ ਕੇ ਵਿਜੇ ਦੱਸਦੇ ਨੇ ਮਹਾਂਪੁਰਸ਼। ਅਤੇ ਕੀ ਵਿਜੇ ਦੱਸਦੇ ਨੇ? ਉੱਥੋਂ 4 ਬਾਣੀ ਪਰਾ ਬਾਣੀ ਆ ਗਈ। ਪਰਾ ਬਾਣੀ ਭਜਨ ਆ ਗਿਆ ਨਾਭੀ 'ਚ।
ਪਰਾਂ ਬਾਣੀ ਵਿੱਚ ਭਜਨ ਆ ਗਿਆ। 3.5 ਕਰੋੜ ਰੋਮ ਦੇ ਵਿੱਚੋਂ ਆਵਾਜ਼ ਆਉਣ ਲੱਗ ਜੂ ਵਾਹਿਗੁਰੂ ਵਾਹਿਗੁਰੂ ਦੀ। ਜਦੋਂ ਪਰਾਂ ਬਾਣੀ ਵਿੱਚ ਭਜਨ ਆ ਗਿਆ ਅਤੇ ਥੋੜ੍ਹਾ ਮਨ ਟਿਕਣ ਲੱਗ ਗਿਆ, ਅਤੇ ਫਿਰ ਜਾ ਕੇ ਸੁਰਤ ਦੇ ਨਾਲ ਭਜਨ ਹੁੰਦਾ। ਸੁਰ ਤੋਂ ਬਾਅਦ ਫਿਰ ਬਣਦਾ ਅਜੱਪਾ। ਅਜੱਪਾ ਅਜੱਪਾ ਅਜੱਪੇ ਵਿੱਚ ਬੁੱਲ੍ਹ ਨਹੀਂ ਹਿਲਦਾ, ਜ਼ੁਬਾਨ ਨਹੀਂ ਹਿਲਦੀ, ਕੰਠ ਨਹੀਂ ਹਿਲਦਾ। ਜਦੋਂ ਜੱਪਾ ਚੱਲਣ ਲੱਗ ਗਿਆ ਨਾ, ਇਹ ਹਾਲੇ ਨਹੀਂ ਭਗਤੀ ਨਹੀਂ ਜੱਪਾ 'ਚ ਵੀ ਜੱਪਾ ਕਹੀਏ, ਇਹ ਵੀ ਹਾਲੇ 8ਵੀਂ ਕੁ ਜਮਾਤ ਹੈ ਜੱਪਾ 'ਚ ਵੀ ਜਾ ਕੇ। ਇਹ ਪੈਰ ਦੇ ਅੰਗੂਠੇ 10ਵੇਂ ਦੁਆਰ ਤੱਕ BMS ਆ, ਇੱਥੇ ਵੀ ਪੜ੍ਹਾਈਆਂ ਹੈਗੀਆਂ ਨੇ। ਪਰ ਅੱਜ ਆਪਾਂ ਊੜ ਵਾਲਾ ਪੜ੍ਹ ਕੇ ਸਾਲਾ ਮਾਰ ਲੱਗ ਜਾਂਦੇ ਹਾਂ, ਤਾਂ ਹੀ ਤਾਂ ਵਸਤਾਂ ਨਹੀਂ ਬਣਦੀਆਂ। ਕਿਉਂਕਿ ਊੜ ਵਾਲਾ ਪੜ੍ਹ ਕੇ ਪੈਸਾ ਬਹੁਤ ਆਉਣ ਲੱਗ ਜਾਂਦਾ, ਊੜ ਵਾਲਾ ਪੜ੍ਹ ਕੇ ਚੜਾਵਾ ਬੜਾ ਚੜ੍ਹਨ ਲੱਗ ਜਾਂਦਾ। ਕਿਉਂ ਮਹਾਰਾਜ ਨੇ ਦੱਸਿਆ ਨਾ, ਰਿੱਧ ਸਿੱਧ ਨਾਮੇ ਕੀ, ਇਹ ਤਾਂ 1.25 ਮਹੀਨੇ ਲੱਗ ਜਾਂਦੀਆਂ ਮਾਇਆ ਦਾ ਭੱਜਣਾ। ਇਹ ਫਿਰ ਮਾਇਆ ਗਿਰਨ ਲੱਗੀ ਜੀ, ਆਪਾਂ ਮਾਇਆ ਦੇ ਚੱਕਰਾਂ 'ਚ ਪੈ ਜਾਂਦੇ ਹਾਂ। ਫਿਰ ਇਹ ਲੜਾਈਆਂ ਕਿਉਂ ਹੁੰਦੇ ਨੇ, ਝਗੜੇ ਕਿਉਂ ਹੁੰਦੇ ਨੇ, ਤਰਕਾਂ ਕਿਉਂ ਹੁੰਦੀਆਂ ਨੇ। ਅੱਜ ਬਾਣੀ ਦੇ ਉੱਪਰ ਆਪਾਂ ਕਿਉਂ ਨਹੀਂ ਭਰੋਸਾ ਕਰਦੇ। ਅੱਜ ਪੈਸਿਆਂ 'ਚ ਫਸ ਗਏ, ਮਾਇਆ 'ਚ ਫਸ ਗਏ। ਮੈਂ ਹੈਰਾਨ ਹਾਂ, ਕਹਿੰਦੇ 5-5 ਲੱਖ ਰੁਪਈਆ ਇੱਕ ਜ਼ਬਾਨ ਦਾ, 20-20 ਲੱਖ ਰੁਪਈਆ ਇੱਕ ਜ਼ਬਾਨ ਦਾ। ਮੈਨੂੰ ਤੁਸੀਂ ਦੱਸੋ, ਇੱਕ ਜ਼ਬਾਨ ਦਾ 20 ਲੱਖ ਰੁਪਏ ਦੇ ਕੇ 5 ਜ਼ਬਾਨ ਕਿੰਨੇ ਕੁ ਲਵਾ ਲਓ। ਕਿਹੜਾ ਮਾਈ ਦਾ ਲਾਲ ਕਲਯੁੱਗ ਦੇ ਵਿੱਚ ਅੱਜ ਇਹ ਅੱਜ ਵਿਗਾੜਤਾ ਸੰਤਾਂ ਨੇ, ਸਾਰਾ ਸੰਤ ਬਿਰਤੀਆਂ ਹੀ ਵਿਗਾੜਤੀਆਂ। ਅੱਜ ਸੰਤ ਸਮਾਜ ਨੂੰ ਇਹਨਾਂ ਨੇ ਵਿਗਾੜਤਾ ਮਾਇਆ ਦੇ ਮਗਰ ਲੱਗ ਕੇ। ਅੱਜ ਆਪਾਂ ਇਹ ਲਾਲਚਾਂ ਦੇ ਕਰਕੇ ਲੜਾਈਆਂ ਝਗੜੇ ਹੋ ਰਹੇ, ਤਰਕਾਂ ਹੋ ਰਹੀਆਂ ਨੇ। ਪਰ ਆਓ ਭਜਨ ਦੇਖੋ ਕਰਕੇ। ਭਜਨ ਕਿਹੜਾ ਕਰਨਾ, ਕਿਵੇਂ ਕਰਨਾ, ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਦੇ ਮੁਤਾਬਕ ਕਰਨਾ, ਗ੍ਰਸਤ ਦੇ ਵਿੱਚ ਰਹਿ ਕੇ। ਆਪਣਾ ਕੰਮ ਕਰਕੇ। ਜਿਹੜੇ ਮੇਰੇ ਵੀਰ ਖੇਤੀ ਕਰਦੇ ਨੇ ਖੇਤੀ ਕਰੋ, ਜਿਹੜੇ ਮੇਰੇ ਵੀਰ ਦੁਕਾਨ ਕਰਦੇ ਨੇ ਦੁਕਾਨ ਕਰੋ, ਜਿਹੜੇ ਕੋਈ ਨੌਕਰੀ ਕਰਦੇ ਨੌਕਰੀ ਕਰੋ। ਉਹਨਾਂ ਵਿੱਚੋਂ 10ਵਾਂ ਸੌਧ ਕੱਢ ਕੇ ਫਿਰ ਭਗਤੀ ਕਰੋ ਗ੍ਰਸਤ ਦੇ ਵਿੱਚ ਰਹਿ ਕੇ। 10ਵਾਂ ਸੌਧ ਕੀ ਕੱਢਣਾ, 10ਵਾਂ ਸੌਧ ਆਪਣੇ ਘਰ ਦੀ ਕਿਰਤ ਕਮਾਈ ਦੇ ਵਿੱਚੋਂ ਜਿੱਥੇ ਸੇਵਾ ਕਰਦੇ ਆ ਉੱਥੇ ਲੰਗਰ ਦੇ ਵਿੱਚ ਪਾਉਣਾ, ਆਪਣੇ ਘਰ ਦੇ ਵਿੱਚੋਂ। 10ਵਾਂ ਸੌਧ ਕੀ ਕੱਢਣਾ, ਇਹ ਮੈਂ ਸੰਗਤਾਂ ਨੂੰ ਨਹੀਂ ਕਹਿਣਾ, ਮੈਂ ਸੰਤਾਂ ਨੂੰ ਕਹਿਣਾ। ਅੱਜ ਸੰਗਤਾਂ ਸਾਡੀਆਂ ਸੁਧਰ ਗਈਆਂ, ਸੰਗਤਾਂ ਸਾਡੀਆਂ ਬਣਦੀਆਂ ਜਾਂਦੀਆਂ ਨੇ, ਪਰ ਸਾਡੇ ਸੰਤ ਵਿਗੜਦੇ ਜਾਂਦੇ ਨੇ। ਅੱਜ ਸਾਡੇ ਸੰਤਾਂ 'ਤੇ ਮਾਇਆ ਪੈ ਗਈ, ਜਿੰਨੀ ਪੈਣੀ ਸਾਰੀ ਮਾਇਆ ਕਲਯੁੱਗ ਨੇ ਸਾਡੇ ਸਾਧੂਆਂ 'ਤੇ ਪਾਤੀ। ਅੱਜ ਇੱਕ ਦੂਜੇ ਨੂੰ ਨਿੰਦਣ ਤੋਂ ਇਲਾਵਾ ਗੱਲੇ ਨਹੀਂ ਕੋਈ ਹੋਰ। ਇਹ ਝੂਠ ਕੂੜ ਮਾਇਆ ਹੀ ਹੈ। ਪਰ ਜਦੋਂ ਵੀ ਆਪਾਂ ਦਸਾਂ ਨੌਂ ਦੀ ਕਿਰਤ ਕਰਕੇ ਗ੍ਰਸਤ ਦੇ ਵਿੱਚ ਰਹਿ ਕੇ 10ਵਾਂ ਸੌਧ ਧਨ ਦਾ ਕੱਢਦੇ ਹਾਂ, ਔਰ ਮਨ ਦਾ ਕੱਢਦੇ ਹਾਂ, ਔਰ ਮਾਇਆ ਦਾ ਕੱਢਦੇ ਹਾਂ। ਫਿਰ ਨਾਮ ਜਪੋ। ਨਾਮ ਕਿਹੜਾ ਜਪਣਾ, ਇਹ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਨੂੰ ਦੱਸਿਆ ਦਿੱਤਾ। ਕਿਹੜਾ ਨਾਮ ਆ, ਆਹ ਨਾਮ ਆ, ਇੱਦਾਂ ਪੜ੍ਹੋ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ।
सतनाम जी वाहिगुरु 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 जी। ਇਹ ਸਭ ਦਾ ਅਭਿਆਸ ਕਰਨਾ ਯੁਕਤੀ ਨਾਲ। ਲੈ ਆਹ ਜਿਹੜਾ ਸ਼ਬਦ ਆ ਵਾਹਿਗੁਰੂ ਦਾ, ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਗੱਲ ਨੂੰ, ਇਹ ਸ਼ਬਦ ਨੂੰ 4 ਬਾਣੀਆਂ ਵਿੱਚ ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਮਧਾਣੀ ਨਾਲ, ਐਂ ਰਿੜਕੋ। ਬੈਖਰੀ ਮਧਮਾ ਬਸੰਤੀ ਦੇ ਪਰਾਂ 4 ਬਾਣੀਆਂ ਦੇ ਵਿੱਚ ਇਹਨੂੰ ਮਾਰ ਕੇ ਚੌਕੜਾ ਰਸਤਾ ਕਿਸੇ ਮਹਾਂਪੁਰਖ ਤੋਂ ਪੁੱਛਣਾ ਪਊ। ਮੈਂ ਦਾਅਵੇ ਨਾਲ ਕਹਿਣਾ ਇਹ ਗੱਲ, ਪੁੱਛਣਾ ਪਊਗਾ। ਰਸਤਾ ਪੁੱਛ ਕੇ, ਵਿਧੀ ਪੁੱਛ ਕੇ, ਤੇ ਫਿਰ ਇਹਨੂੰ 4 ਬਾਣੀਆਂ ਵਿੱਚ ਕਰੋ ਗੁਰੂ ਸ਼ਬਦ ਨੂੰ, ਬੈਖਰੀ ਮਾਧਵਾ ਬਸੰਤੀ ਦੇ ਪਰਾਂ। ਜਦੋਂ 4 ਬਾਣੀਆਂ ਦੇ ਵਿੱਚ ਇਹ ਸਿਮਰਨ ਕਰੋਗੇ, ਭਜਨ ਕਰੋਗੇ, ਫਿਰ ਤੁਹਾਡਾ ਮਨ ਸ਼ਬਦ ਦੇ ਵਿੱਚ ਜੁੜਨ ਲੱਗੂਗਾ, ਇਕਾਗਰ ਹੋਣ ਲੱਗੂਗਾ। ਫਿਰ ਤੁਹਾਨੂੰ ਜਿਹੜਾ ਆਨੰਦ ਹੈ ਉਹ ਆਨੰਦ ਅਵਸਥਾ ਆਉਣ ਲੱਗ ਜੂਗੀ। ਚੌਕੜਾ ਜ਼ਰੂਰ ਮਾਰਨਾ, ਥੱਲੇ ਵਸਤਰ ਵਿਸਾਰੋ ਚਿੱਟਾ, ਚਾਹੇ ਹੋਵੇ ਨਵਾਂ ਚਾਹੇ ਹੋਵੇ ਪੁਰਾਣਾ। ਚੌਕੜਾ ਮਾਰੋ, ਆਸਣ ਲਾਓ, ਆਸਣ ਲਾ ਕੇ ਵਾਹਿਗੁਰੂ ਜਾਪ, ਵਿਧੀ ਕਿਸੇ ਮਹਾਂਪੁਰਖ ਤੋਂ ਪੁੱਛਣੀ ਪਊ। ਮੈਂ ਦਾਅਵੇ ਨਾ ਕਹਿਣਾ ਇਹ ਗੱਲਾਂ, ਵਿਧੀ ਪੁੱਛ ਕੇ ਇਹਦੀ ਕਮਾਈ ਕਰੋ। ਫਿਰ ਜਦੋਂ ਇਹਦੀ ਕਮਾਈ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਭਗਤੀ ਕਿਵੇਂ ਕਰਨੀ ਹੁੰਦੀ ਹੈ। ਗੱਲਾਂ ਬਾਤਾਂ ਨਾਲ ਨਹੀਂ ਗੱਲ ਬਣਦੀ। ਚੌਕੜਾ ਆਪਾਂ ਅੱਧਾ ਘੰਟਾ ਨਹੀਂ ਮਾਰਦੇ, ਕਮਾਈ ਆਪਾਂ ਕਰ ਨਹੀਂ ਸਕਦੇ। ਨਿਰਾਪੁਰਾ ਬਾਜੇ ਦੇ 2 ਸੁਰਾਂ ਦੇ ਨਾਲ ਧਾਰਨਾ ਲਾ ਕੇ ਗੱਡੀਆਂ ਵਿੱਚ ਚੌੜਾ ਪਾ ਕੇ ਨਹੀਂ ਸੰਤ ਬਣਾਇਆ ਜਾਂਦਾ, ਨਹੀਂ ਬਣਿਆ ਜਾਂਦਾ। ਅੱਜ ਸੰਤਾਂ ਨੂੰ ਤੁਸੀਂ ਬਦਨਾਮ ਨਾ ਕਰੋ, ਸੰਤ ਸਮਾਜ ਨੂੰ ਬਦਨਾਮ ਨਾ ਕਰੋ। ਸੰਤ ਸਮਾਜ ਅੱਜ ਬਦਨਾਮ ਕਰ ਛੱਡਿਆ ਬਗੈਰ ਕਮਾਈ ਵਾਲਿਆਂ ਨੇ। ਉਹ ਦੇਖੋ ਕਮਾਈ ਕਰਕੇ ਫੇਰ ਲੱਗਦਾ ਪਤਾ। ਹਰਸਾਧ ਸੰਗਤ ਜੀ, ਕਮਾਈ ਕੀਤੀ, ਮੈਂ ਤੁਹਾਨੂੰ ਕਈ ਵਾਰੀ ਦੱਸਿਆ, ਉਹ ਅਜੇ ਚਮਕਦੇ ਨੇ, ਚਮਕ ਰਹੇ ਨੇ, ਚਮਕਦੇ ਰਹਿਣਗੇ ਤੁਹਾਨੂੰ ਤਾਰੇ ਵਾਂਗੂ। ਔਰ ਜਿਵੇਂ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਹੁਤ ਵਿਦਿਆ ਦੱਸਦੇ ਨੇ, ਬੜੀ ਕਿਰਪਾ ਉਹਨਾਂ ਦੀ ਮਹਾਂਪੁਰਸ਼ਾਂ ਦੀ। ਬਹੁਤ ਕਿਰਪਾ। ਅੱਜ ਇਹ ਵੀ ਨਹੀਂ ਮਹਿਮਾ ਹੁੰਦੀ ਰਾੜਾ ਰਾੜੇ ਵਾਲਿਆਂ ਦੀ, ਕਿਤੇ ਗੱਲਾਂ ਬਾਤਾਂ ਨਾਲ ਨਹੀਂ ਹੁੰਦੀ ਹੈ। ਇਹ ਰਾੜੇ ਰਾਣੀ ਤਾਂ ਤੁਰਦ ਗਵਾਹੀ ਹੁੰਦੀ ਹੈ। ਸਾਧ ਸਿੰਘ ਮਹਿਮਾ ਇੱਦਾਂ ਪੜ੍ਹੋ। ਸਾਧ ਸਿੰਘ ਜੀ, ਮਹਿਮਾ ਰਾੜੇ ਵਾਲਿਆਂ ਦੀ ਉਹ ਤੁਰਦ ਰਗਾਹ ਹੋਈ। ਮਹਿਮਾ ਰਾੜੇ ਵਾਲਿਆਂ ਦੀ ਇਹ ਤਾਂ ਤੁਰਦ ਰਗਾਹ ਹੋਈ। ਮਿਲ ਕੇ
ਰਾੜੇ ਵਾਲਿਆਂ ਦੀ ਇਹ ਤਾਂ ਪੁਰਗਾ ਹੋਈ ਮਹਿਮਾ ਰਾੜੇ ਵਾਲਿਆਂ ਦੀ ਪੁਰਗਾ ਹੋਈ ਵਾਹਿਗੁਰੂ ਕਮਾਈਆਂ ਕਰੇ ਨੇ ਕਮਾਈਆਂ ਤੂੰ ਦਰਗਾਹ ਹੋਈ ਮਹਿਮਾ ਤੂੰ ਦਰਗਾਹ ਹੋਈ ਇਹ ਤਾਂ ਤੂੰ ਦਰਗਾਹ ਹੋਈ ਮਹਿਮਾ ਤੂੰ ਦਰਗਾਹ ਹੋਈ ਦਰਗਾਹ ਹੋਈ ਇਹ ਤਾਂ ਤੂੰ ਦਰਗਾਹ ਹੋਈ ਉਹ ਤੂੰ ਦਰਗਾਹ ਹੋਈ ਤੂੰ ਦਰਗਾਹ ਹੋਈ ਮਹਿਮਾ ਰਾੜੇ ਵਾਲੇ ਸੰਤਾਂ ਦੀ ਕੋਈ ਤੂੰ ਦਰਗਾਹ ਹੋਈ ਮਹਿਮਾ ਰਾੜੇ ਵਾਲੇ ਸੰਤਾਂ ਦੀ ਉਹ ਤੂੰ ਦਰਗਾਹ ਹੋਈ ਇਹ ਜਿਹੜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਮਹਿਮਾ ਵਡਿਆਈਆਂ ਇਹ ਤੁਰ ਦਰਗਾਹ ਹੋ ਰਹੀਆਂ ਨੇ ਅੱਜ ਵੀ ਕੋਈ ਕਮਾਈ ਕਰਕੇ ਦੇਖ ਲਓ ਹੋਣਗੀਆਂ ਹੁੰਦੀਆਂ ਆਈਆਂ ਨੇ ਪਰ ਕਮਾਈ ਕਰੋ ਕਮਾਈ ਕਰਨੀ ਪਊਗੀ ਕਮਾਈ ਕਰੋ ਆ ਜਾਓ ਜਿਹਦਾ ਕੋਈ ਧਿਆਨ ਆ ਜਾਓ ਮਾਰੋ ਚੌਕੜਾ ਬੈਠੋ ਕਰੋ ਫਿਰ ਲੱਗੂਗਾ ਪਤਾ ਵੀ ਕਿਵੇਂ ਭਜਨ ਹੁੰਦਾ ਕਿਵੇਂ ਕਮਾਈ ਹੁੰਦੀ ਕਿਵੇਂ ਸੰਤ ਬਣਨਾ ਇੱਕ ਮਾਲਾ ਪੱਕੀ 14 ਘੰਟੇ ਵਿੱਚ ਹੁੰਦੀ ਹੈ ਮੂਲ ਮੰਤਰ ਦੀ 14 ਘੰਟੇ 'ਚ ਇੱਕ ਮਾਲਾ ਪੱਕੀ 2.5 ਘੰਟੇ ਵਿੱਚ ਹੁੰਦੀ ਹੈ ਗੁਰਮੰਤਰ ਦੀ ਦੋਏ ਮਾਲਾ ਪੱਕੀਆਂ ਸੰਤ ਮਹਾਰਾਜ ਜੀ ਚੌਕੜਾ ਮਾਰ ਕੇ ਕਰਾਉਂਦੇ ਸੀ ਚੌਕੜਾ ਮਾਰ ਕੇ ਹੁਣ ਲਾ ਲਓ ਸਾਹਿਬ ਵੀ 18 ਘੰਟੇ ਕਿੰਨੇ ਬਣ ਗਏ ਅਤੇ 2.5 ਘੰਟੇ ਕਿੰਨੇ ਬਣ ਗਏ ਇਹ ਚੌਕੜਾ ਮਾਰ ਕੇ ਇਹਨੂੰ ਕਹਿੰਦੇ ਊੜੇ ਵਾਲੇ ਦੀ ਪੜ੍ਹਾਈ ਹਾਲੇ ਗਾਹਾਂ ਨੇ ਜਿਹੜੇ ਡਿਗਰੀਆਂ ਨੇ ਪੈਰ ਦੇ ਗੂਠੇ ਤੋਂ 10ਵੇਂ ਦੁਆਰ ਤੱਕ ਪੈਰ ਦੇ ਗੂਠੇ ਤੋਂ ਪਹਿਲੀ 10ਵੇਂ ਦੁਆਰ ਤੱਕ ਡਬਲ MA ਇਹ ਸਰੀਰ ਦੇ ਵਿੱਚ ਨੇ ਸਾਰੀਆਂ ਪੜ੍ਹਾਈਆਂ ਬਾਹਰਲੀਆਂ ਨਹੀਂ ਹੈ ਅੰਦਰਲੀਆਂ ਪੜ੍ਹਾਈਆਂ ਨੇ ਕੋਈ ਕਰੋ ਅੰਦਰਲੀਆਂ ਪੜ੍ਹਾਈਆਂ ਕਿੱਥੇ ਕਿਹੜਾ ਚੱਕਰ ਸਿਮਰਨ ਕਰਨਾ ਕਿੱਥੇ ਸੁਰਤ ਲਾਉਣਾ ਕੀ ਦਰਸ਼ਨ ਹੁੰਦੇ ਨੇ ਕਮਾਈ ਕਰਦੇ ਨਹੀਂ ਭਜਨ ਕਰਦੇ ਨਹੀਂ ਉਹ ਗੱਲਾਂ ਬਾਤਾਂ ਲਾਂਡੀਆਂ ਬਣਦੀਆਂ ਸੰਤ ਸਮਾਜ ਨੂੰ ਬਦਨਾਮ ਨਾ ਕਰੋ ਸੰਤਾਂ ਕੀ ਬਦਨਾਮ ਹੋਣੇ ਨੇ ਜਦ ਸੰਤ ਸਮਾਜ ਕੀ ਬਦਨਾਮ ਆਪਣੇ ਆਪ ਹੀ ਹੋਈ ਜਾਂਦੇ ਆ ਆਪਾਂ ਹੀ ਹੋਈ ਜਾਂਦੇ ਆ ਆਪਣੇ ਦੀ ਮਾਰਾ ਪਈ ਜਾਂਦੀਆਂ ਨੇ ਨਾ ਹੋ ਸਾਧ ਸੰਗਤ
ਮਹਾਰਾਜ ਜੀ ਕਹਿੰਦੇ ਹੁੰਦੇ, ਜਦੋਂ ਬੈਠੀ ਬਾਣੀ ਦੇ ਵਿੱਚ ਭਜਨ ਕਰਨਾ, ਉੱਥੇ ਕਹਿੰਦੇ ਫਿਰ ਧਿਆਨ ਕਿਹਦਾ? ਗਾਉਣ ਰਾਗ ਦੀ ਬਾਣੀ ਵਿੱਚੋਂ ਸ਼ਬਦ ਦਾ। ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਜੀ ਇਸ ਤਰ੍ਹਾਂ ਬਾतें ਕਰਦੇ, ਇਸ ਤਰ੍ਹਾਂ ਪੜ੍ਹੋ ਸਾਧ ਸੰਗਤ ਜੀ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਉਹ ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਉਹ ਗੁਰ ਪ੍ਰਸਾਦੀ ਪਾਰ ਪਾਵੇਗਾ। ਮੇਰੇ ਪਿਆਰੇ ਗੁਰ ਪ੍ਰਸਾਦੀ ਪਾਰ ਪਾਵੇਗਾ। ਪਿਆਰੇ ਜੀ ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਮਨ ਮੇ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ। ਇਹ ਵਿਧੀ ਹੈ। ਕਿਸੇ ਨੇ ਇਸ ਗੱਲ ਤੇ ਤਰਕ ਕੀਤੀ ਮਹਾਰਾਜ ਦੇ ਰਾਣਾ ਸਾਹਿਬ ਵਾਲਿਆਂ ਦੇ ਵਚਨ ਦੇ ਉੱਪਰ, ਬਈ ਗੁਰੂ ਦੇ ਵਿੱਚ ਪੰਜਾਂ ਤੱਤਾਂ ਦਾ ਧਿਆਨ ਧਰਾਉਂਦੇ ਨੇ। ਮਹਾਂਪੁਰਸ਼ਾਂ ਨੇ ਫਿਰ ਵਿਆਖਿਆ ਕਰਕੇ ਦੱਸਿਆ, ਬੜਾ ਕੁਝ ਦੱਸਿਆ। ਕਹਿੰਦੇ ਗੁਰੂ ਦੀ ਮੂਰਤ ਦੇ ਨਾਲੇ ਪੌੜੀ ਚੜ੍ਹਿਆ ਜਾਂਦਾ। ਕਹਿੰਦੇ ਫਿਰ ਗੁਰ ਪੂਜਾ, ਦਰਿਆਵੀ ਪੂਜਾ ਤਾਂ ਸਾਰੇ ਕਹਿੰਦੇ ਬਾਹਰਲੇ ਵੀ ਹੁੰਦੀਆਂ ਨੇ। ਮਾਇਆ ਦੀ ਉਹ ਵੀ ਗੁਰ ਪੂਜਾ ਹੁੰਦੀ ਆ, ਨਿੰਦਾ ਚੁਗਲੀ ਦੀ ਉਹ ਵੀ ਗੁਰ ਪੂਜਾ ਦੀ ਹੁੰਦੀ ਹੈ, ਔਰ ਕਿਸੇ ਨਾਲ ਬੈਰ ਵਿਰੋਧ ਕਰ ਲਓ ਉਹ ਵੀ ਗੁਰ ਪੂਜਾ ਹੁੰਦੀ ਹੈ। ਉਹ ਨਰਕਾਂ ਚੱਲ ਜਾਂਦੀ ਹੈ। ਇਹ ਗੁਰੂ ਦਾ ਧਿਆਨ ਨਾਲ ਸੱਚਖੰਡ ਨੂੰ ਨਹੀਂ ਜਾਂਦਾ, ਸੁਰਤ ਵੱਲ ਨੂੰ ਨਹੀਂ ਜਾਂਦਾ। ਹੁਣ ਕਈਆਂ ਦਾ ਮੈਂ ਸੁਣਿਆ ਸੱਚਖੰਡ ਦਾ ਬੜਾ ਚੱਕਰ ਪਿਆ। ਕਹਿੰਦੇ ਸੱਚਖੰਡ ਕਿਹੜਾ ਜੀ? ਸੱਚਖੰਡ ਉੱਪਰ ਆ ਥੱਲੇ ਆ?
ਪਹਿਲਾਂ ਤੁਹਾਨੂੰ ਇਹ ਨਹੀਂ ਪਤਾ ਵੀ 3 ਲੋਕ ਕਿਹੜੇ ਨੇ। ਔਰ ਸੱਚਖੰਡ ਕਿਹਨੂੰ ਕਹਿੰਦੇ ਨੇ? ਸੱਚਖੰਡ ਕਹਿੰਦੇ ਨੇ ਜਿੱਥੇ ਸੱਚ ਦਾ ਪ੍ਰਚਾਰ ਹੋਵੇ, ਜਿੱਥੇ ਸੱਚ ਬੋਲਿਆ ਜਾਂਦਾ ਹੋਵੇ, ਜਿੱਥੇ ਸੱਚ ਦੀ ਮਹਿਮਾ ਕਰੀ ਜਾਂਦੀ ਹੋਵੇ ਗਾਇਨ, ਉਹ ਸੱਚਖੰਡ ਆ। ਇੱਥੇ ਸੱਚਖੰਡ ਆ। ਕਿਸੇ ਨੇ ਪੁੱਛਿਆ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ, ਕਹਿੰਦੇ ਜੀ, ਕਹਿੰਦੇ ਨਾਮ ਜਪ ਕੇ ਮੁਕਤ ਹੁੰਦਾ ਬੰਦਾ। ਕਹਿੰਦੇ ਮੁਕਤ ਹੁੰਦਾ? ਕਹਿੰਦੇ ਨਾਮ ਜਪ ਕੇ ਮਰੇ ਤੋਂ ਬਾਅਦ ਕਿਸੇ ਨੇ ਮੁਕਤੀ ਦੇਖੀ ਹੈ? ਅੱਜ ਵੀ ਬਹੁਤ ਕਹਿੰਦੇ ਨਾਮ ਜਪ ਕੇ ਮੁਕਤ ਹੁੰਦਾ ਜੀ, ਮੋਕਸ਼ਵਾਦੀ ਮਿਲਦੀ ਹੈ ਜੀ। ਕੋਈ ਮਰੇ ਤੋਂ ਬਾਅਦ ਦੱਸੇ ਕਿਸੇ ਨੇ ਦੇਖੀ ਹੈ? ਇਹ ਮਹਾਂਪੁਰਸ਼ਾਂ ਨੇ ਸਵਾਲ ਕੀਤਾ ਰਾੜਾ ਸਾਹਿਬ ਵਾਲਿਆਂ ਨੂੰ। ਫਿਰ ਮਹਾਂਪੁਰਸ਼ਾਂ ਨੇ ਤਾਂ ਉੱਤਰ ਦਿੱਤਾ, ਕਹਿੰਦੇ ਗੁਰਮੁਖਾ, ਕਹਿੰਦੇ ਮੁਕਤ ਮਰ ਕੇ ਨਹੀਂ ਆਉਂਦਾ, ਮੁਕਤ ਜਿਉਂਦੇ ਜੀ ਹੋਣਾ। ਉਹ ਕਿਵੇਂ ਜੀ? ਕਹਿੰਦੇ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਹਾਂਜੀ, ਗੁਰੂ ਵਾਲਾ ਬਣ ਗਿਆ, ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਲੱਗ ਗਿਆ, ਹਾਂਜੀ। ਫਿਰ ਤੂੰ ਦਾਰੂ ਪੀਂਦਾ ਸੀ, ਦਾਰੂ ਨੂੰ ਛੱਡ ਗਿਆ, ਮੁਕਤ ਹੋ ਗਿਆ, ਹਾਂਜੀ। ਫਿਰ ਤੂੰ ਨਿੰਦਾ ਚੁਗਲੀ ਕਰਦਾ, ਨਿੰਦਾ ਚੁਗਲੀ ਛੱਡਤੀ, ਉਹ ਤੋਂ ਮੁਕਤ ਹੋ ਗਿਆ, ਹਾਂਜੀ। ਫਿਰ ਤੂੰ ਈਰਖਾ ਕਰਦਾ ਸੀ, ਇੱਕ ਦੂਜੇ ਦੇ ਨਾਲ ਈਰਖਾ ਛੱਡਤੀ, ਈਰਖਾ ਤੋਂ ਮੁਕਤ ਹੋ ਗਿਆ, ਹਾਂਜੀ। ਫਿਰ ਤੂੰ 2 ਨੰਬਰ ਦਾ ਕੰਮ ਕਰਦਾ ਸੀ, ਉਹ ਛੱਡਤਾ, ਉਹ ਤੋਂ ਮੁਕਤ ਹੋ ਗਿਆ, ਹਾਂਜੀ। ਤੂੰ ਮਾਵਾਂ ਧੀਆਂ ਭੈਣ ਕਿਹੜੀ ਚੰਗਾ ਮਾੜਾ ਦੇਖਦਾ ਸੀ, ਉਹ ਦੇਖਣਾ ਬੰਦ ਕਰਤਾ, ਉਹ ਤੋਂ ਮੁਕਤ ਹੋ ਗਿਆ, ਹਾਂਜੀ। ਕਹਿੰਦੇ ਜਾਂ ਤੂੰ ਜਿਉਂਦੇ ਜੀ ਮੁਕਤ ਆ। ਜੇ ਤੂੰ ਇਹਨਾਂ ਗੱਲਾਂ ਤੋਂ ਮੁਕਤ ਹੋ ਗਿਆ ਨਾ, ਤੂੰ ਜਿਉਂਦੇ ਜੀ ਮੁਕਤ ਆ। ਉਹ ਤੂੰ ਕਹਿੰਦਾ ਮੈਂ ਅੰਮ੍ਰਿਤ ਵੀ ਛਕ ਲਿਆ, ਤੂੰ ਕਹਿੰਦਾ ਮੈਂ ਬਾਣੀ ਵੀ ਰੋਜ਼ ਪੜ੍ਹਦਾ, ਤੂੰ ਕਹਿੰਦਾ ਮੈਂ ਪ੍ਰਚਾਰ ਵੀ ਰੋਜ਼ ਕਰਦਾ। ਉਹ ਨਿੰਦਾ ਤੋਂ ਤੂੰ ਨਹੀਂ ਮੁਕਤ ਹੋਇਆ, ਈਰਖਾ ਤੋਂ ਤੂੰ ਨਹੀਂ ਮੁਕਤ ਹੋਇਆ, ਮਾਇਆ ਤੋਂ ਤੂੰ ਨਹੀਂ ਮੁਕਤ ਹੋਇਆ, ਔਰ ਤੂੰ ਚੰਗਾ ਮਾੜਾ ਦੇਖਣ ਕਿਹੜੇ ਤੂੰ ਨਹੀਂ ਮੁਕਤ ਹੋਇਆ, ਹਰੇਕ ਤਰ੍ਹਾਂ ਦੇ ਪਾਪ ਕਰਦਾ ਉਹਦਾ ਤੂੰ ਨਹੀਂ ਮੁਕਤ ਹੋਇਆ। ਉਹ ਤੂੰ ਚਾਹੇ ਲੱਖ ਅੰਮ੍ਰਿਤ ਛਕਦਾ ਹੈ, ਲੱਖ ਚਾਹੇ ਤੂੰ ਵਾਹਿਗੁਰੂ ਕਰ ਲਾ, ਮੈਂ ਦਾਅਵੇ ਨਾਲ ਕਹਿੰਦਾ ਮੁਕਤ ਨਹੀਂ ਹੋਣਾ, ਨਹੀਂ ਹੋਣਾ ਮੁਕਤ। ਉਹ ਮੁਕਤ ਇੱਥੇ ਹੋਣਾ, ਉਰੇ ਜਿਉਂਦੇ ਜੀ ਮੁਕਤ ਹੋਣਾ। ਮਹਾਂਪੁਰਸ਼ ਕਹਿੰਦੇ ਤੂੰ ਇਹਨਾਂ ਗੱਲਾਂ ਤੋਂ ਮੁਕਤਾ ਪਾਈ? ਕਹਿੰਦੇ ਹਾਂ ਮਹਾਰਾਜ ਜੀ। ਕਹਿੰਦੇ ਫਿਰ ਤੂੰ ਮੁਕਤ ਆ। ਕਹਿੰਦੇ ਫਿਰ ਨਾ ਮੁਕਤੀ ਦਾ ਵੀ ਦੱਸ ਦਿਓ ਹੀ ਲੱਛਣ। ਕਹਿੰਦੇ ਉਹ ਵੀ ਦੱਸ ਦਿੰਦੇ ਆ। ਕਹਿੰਦੇ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਹਾਂਜੀ। ਤੈਨੂੰ 5 ਪਿਆਰਿਆਂ ਨੇ ਗੁਰਮੰਤਰ ਦਿੱਤਾ, ਹਾਂਜੀ। ਤੂੰ ਜਪਦਾ ਹੁੰਨਾ, ਹਾਂਜੀ। ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਹਾਂਜੀ। ਫਿਰ ਤੂੰ ਈਰਖਾ ਛੱਡਤੀ, ਨਾ ਜੀ। ਫਿਰ ਤੂੰ ਪਾਪ ਕਰਨੇ ਛੱਡਤੇ, ਨਾ ਜੀ। ਫਿਰ ਤੂੰ ਨਿੰਦਾ ਚੁਗਲੀ ਛੱਡਤੀ, ਨਾ ਜੀ। ਫਿਰ ਕਿਸੇ ਬੀਬੀ ਕਿਹੜੀ ਮਾੜਾ ਚੰਗਾ ਦੇਖਣਾ ਬੰਦ ਕਰਤਾ, ਨਾ ਜੀ। ਫਿਰ ਨਹੀਂ, ਨਾ, ਹਾਂ ਜੀ। ਫਿਰ ਨਾ ਜੀ। ਫਿਰ ਤੂੰ ਜਿਹੜਾ ਆ ਪਾਪ ਕਰਦਾ ਜਿੰਨੇ ਦੁਨੀਆ ਭਰਦੇ ਨੇ ਇਹ ਤੂੰ ਛੱਡਤੇ, ਨਾ ਜੀ। ਕਦੇ ਜਾ ਤੂੰ ਲੱਖ ਪੜ੍ਹੀ ਜਾ ਬਾਣੀ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਚੰਨ ਫੜੀ ਰੱਖ, ਲੱਖ ਮਹਾਂਪੁਰਸ਼ਾਂ ਦੇ ਗਿੱਟੇ ਫੜੀ ਰੱਖ, ਪਿੰਜਣੀਆਂ ਫੜੀ ਰੱਖ, ਫੜੀ ਰੱਖ, ਉਹ ਤੂੰ ਮੁਕਤ ਨਹੀਂ ਹੋਣਾ ਮਰ ਕੇ। ਕਹਿੰਦੇ ਭਾਈ ਜਿਉਂਦੇ ਜੀ ਮੁਕਤ ਹੋਣਾ। ਕਹਿੰਦੇ ਮਹਾਰਾਜ ਜੀ ਮੇਰੇ ਪੈ ਗਈ ਲੇਖੇ ਵਿੱਚ। ਕੀ ਪੈ ਗਈ?
ਵੀ ਮਹਾਰਾਜ ਜੀ ਜਿਹੜਾ ਮੈਂ ਚੰਗਾ ਮਾੜਾ ਦੇਖਦਾ ਜੀ ਬੀਬੀਆਂ ਕਰੀਓ, ਇੱਕ ਤਾਂ ਮੈਂ ਉਹ ਛੱਡ ਦੇਵਾਂ, ਹਾਂ ਛੱਡ ਦੇ। ਜਿਹੜਾ ਮੈਂ 2 ਨੰਬਰ ਦਾ ਕੰਮ ਕਰਦਾ ਸੀ ਉਹ ਛੱਡ ਦੇਵਾਂ, ਹਾਂ ਛੱਡ ਦੇ। ਜਿਹੜਾ ਤੂੰ ਕਿਸੇ ਨਿੰਦਿਆ ਚੁਗਲੀ ਕਰਦਾ ਸੀ ਉਹ ਛੱਡ ਦੇਵਾਂ, ਹਾਂ ਛੱਡ ਦੇ। ਜਿਹੜੇ ਕਹਿੰਦੇ ਦੁਨੀਆ ਭਰ ਦੇ ਤੂੰ ਪਾਪ ਕਰਦਾ ਸੀ, ਝੂਠ ਬੋਲਦਾ ਸੀ, ਤੂਫਾਨ ਬੋਲਦਾ ਸੀ, ਨਸ਼ੇ ਕਰਦਾ ਸੀ, ਦਾਰੂ ਪੀਂਦਾ ਸੀ, ਸ਼ਰਾਬਾਂ ਪੀਂਦਾ ਸੀ, ਭੁੱਕਿਆ ਖਾਂਦਾ ਸੀ, ਫੀਮਾ ਖਾਂਦਾ ਸੀ, ਉਹ ਛੱਡਤੇ, ਹਾਂਜੀ ਜਾ ਤੂੰ ਮੁਕਤ ਆ। ਕਹਿੰਦਾ ਹੋਊਗੀ ਤਸੱਲੀ ਜੀ। ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਅੱਜ ਬੇਸ਼ੱਕ ਬਚਨ ਮਹਾਂਪੁਰਸ਼ ਰਾੜਾ ਸਾਹਿਬ ਵਾਲਿਆਂ ਦੇ ਨੇ, ਔਰ ਮੈਂ ਤੈਨੂੰ ਉਹਨਾਂ ਦੇ ਬਚਨਾਂ ਦੇ ਰਾਹੀਂ ਦਾਅਵੇ ਨਾਲ ਕਹਿਣਾ, ਤੁਸੀਂ ਗੁਰੂ ਵਾਲੇ ਲੱਖ ਬਣ ਜਾਓ, ਲੱਖ ਬਾਣੀ ਪੜ੍ਹੀ ਜਾਓ, ਰੋਜ਼ ਕੀਰਤਨ ਕਰੀ ਜਾਓ, ਰੋਜ਼ ਪ੍ਰਚਾਰ ਕਰੀ ਜਾਓ। ਜੇ ਤੁਸੀਂ ਇਹਨਾਂ ਗੱਲਾਂ ਤੋਂ ਮੁਕਤ ਨਹੀਂ ਹੁੰਦੇ ਨਾ, ਔਰ ਤੁਸੀਂ ਮੁਕਤ ਨਹੀਂ ਹੋ, ਤੁਸੀਂ ਪਾਪਾਂ ਦੇ ਘਰ ਸਭ ਡਾਵਰ ਬਣਦੇ ਹੋ। ਜੇ ਕੋਈ ਬਾਣਾ ਪਾ ਕੇ ਝੂਠ ਬੋਲੇ, ਅੰਮ੍ਰਿਤ ਛਕ ਕੇ ਝੂਠ ਬੋਲੇ, ਗੁਰੂ ਵਾਲਾ ਬਣ ਕੇ ਝੂਠ ਬੋਲੇ, ਕੀਰਤਨ ਕਰਕੇ ਝੂਠ ਬੋਲੇ, ਕੀਰਤਨੀ ਆ, ਉਹਨੂੰ ਫਿਰ ਡਬਲ ਪਾਪ ਲੱਗਦਾ। ਤੂੰ ਪਤਾ ਹੋਣ ਦੇ ਬਾਵਜੂਦ ਵੀ ਪਾਪ ਕਰਦਾ। ਇਸ ਕਰਕੇ ਭਰਾਵੋ, ਜਿਉਂਦੇ ਜੀ ਮੁਕਤ ਹੋਣਾ। ਮਹਾਂਪੁਰਸ਼ਾਂ ਨੇ ਕਿਹਾ ਜਿਉਂਦੇ ਜੀ ਆਪਾਂ ਮੁਕਤੀ ਪਾਉਣੀ ਆ। ਉਹ ਕਿਵੇਂ ਪਊਗੀ? ਜੋ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸ਼ਾਦੀ ਪਾਰ ਪਾਵੇਗਾ। ਕਿਤੇ ਕਰ ਲਓ ਬਚਨ ਦੇ। ਕਈ ਤਾਂ ਜਾਂਦੇ ਹਾਂ ਅਸੀਂ, ਰਾੜਾ ਸਾਹਿਬ ਦਾ ਨਾਮ ਵੀ ਲਈ ਜਾਂਦੇ ਹਾਂ, ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਨੂੰ ਬਦਨਾਮ ਵੀ ਕਰਦੇ ਹਾਂ, ਪਰ ਅਸੀਂ ਕੰਮ ਵਾਲੇ ਬੜੇ ਕਰਦੇ ਨੇ। ਕੰਮ ਅਸੀਂ ਉਹਨਾਂ ਤੋਂ ਬਿਲਕੁਲ ਐਂਟੀ ਕਰਦੇ ਹਾਂ, ਉਹ ਵੀ ਤੁਹਾਨੂੰ ਪਾਪ ਪੈਂਦਾ। ਦੇਖੋ, ਮੇਰੀ 85 ਸਾਲ ਦੀ ਉਮਰ ਹੋ ਗਈ ਭਰਾਵੋ, 85 ਸਾਲ ਦੀ। ਮੈਂ ਆਪਣੀ ਜ਼ਿੰਦਗੀ ਵਿੱਚ ਜਦ ਤੋਂ ਮੈਂ ਨੌਕਰੀ ਕਰਦਾ ਸੀ, ਮੈਂ ਤੁਹਾਨੂੰ ਪਹਿਲਾਂ ਦੱਸਿਆ 12-13 ਲੱਖ ਰੁਪਈਆ ਤਨਖਾਹ ਮਹੀਨੇ ਦੀ, ਮੈਂ ਚੀਫ ਇੰਜੀਨੀਅਰ ਸੀ। ਗੱਡੀਆਂ, ਕਾਰਾਂ, ਬੰਗਲੇ, ਕਿਸੇ ਚੀਜ਼ ਦੀ ਘਾਟ ਨਹੀਂ ਸੀ। ਪਰ ਉਹ ਕੋਈ ਕਾਰਨ ਬਣਿਆ 1958 ਦੇ ਵਿੱਚ, ਮੈਨੂੰ ਮਿਲਾਪ ਹੋਇਆ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਦਾ ਯੂਪੀ ਵਿੱਚ ਰਾਮਪੁਰ ਮੁਰਾਦਾਬਾਦ। ਉੱਥੇ ਦਰਸ਼ਨ ਕੀਤੇ 1958 'ਚ। ਮਾਲਾ ਦੇਤੀ ਮਹਾਂਪੁਰਸ਼ਾਂ ਨੇ। ਲੈ ਭਾਈ ਫੋਰਮੈਨ, ਮੈਂ ਫੋਰਮੈਨ ਸੀ ਚੀਫ। ਲੈ ਭਾਈ ਫੋਰਮੈਨ, ਅੱਜ ਤੋਂ ਕੰਮ ਕਰ, ਪਰਿਵਾਰ ਦੇ ਵਿੱਚ ਰਹਿ, 10 ਦੀ ਕਿਰਤ ਕਰ, ਕਿਤੇ ਪੱਕਾ ਰਹਿਣ ਦੀ ਲੋੜ ਨਹੀਂ। ਆ ਜਾ ਸੇਵਾ ਕਰ 10 ਦੀ ਕਿਰਤ ਕਰਕੇ 10 ਸੌ ਕੱਢੀ ਜਾਈ। ਮੈਂ ਕਿਹਾ ਜੀ ਉਹ ਕੀ ਹੁੰਦਾ 10 ਸੌ ਦਾ? ਉਹ ਮੈਨੂੰ ਕੀ ਪਤਾ ਜੀ ਪਹਿਲਾਂ। ਕਹਿੰਦੇ ਭਾਈ ਉਹ ਉਹਦਾ 10 ਸੌ ਜਿਹੜੀ ਤੈਨੂੰ ਮਾਲਾ ਦਿੱਤੀ ਆ, ਕਹਿੰਦੇ 2.5 ਘੰਟੇ ਇਹਦਾ ਵਾਹਿਗੁਰੂ ਉਹਦਾ ਸਿਮਰਨ ਕਰੀ ਜਾਈ, 7 ਵਚਨ ਜੀ। ਕਹਿੰਦੇ 2.5 ਘੰਟੇ ਜਿੰਨੀ ਤੂੰ ਕਮਾਉਣਾ ਪੈਸੇ, ਉਹਦੇ ਵਿੱਚੋਂ 10 ਸੌ ਕਿਤੇ ਗੁਰਦੁਆਰੇ ਲੰਗਰ ਦੇ ਵਿੱਚ ਕੱਢੀ ਜਾਈ। ਮੈਂ ਕਿਹਾ 7 ਵਚਨ ਜੀ। ਕਹਿੰਦੇ 2.5 ਘੰਟੇ ਆਹ ਸਰੀਰ ਦੀ ਸੇਵਾ, ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਲੰਗਰ ਦੀ, ਜੋੜਿਆਂ ਦੀ, ਪਾਣੀ ਦੀ, ਜਲ ਦੀ, ਇਹ ਸੇਵਾ ਕਰੀ ਜਾਈ। ਕਹਿੰਦੇ ਜਾਂ ਤੂੰ ਭਗਤ ਬਣ ਜਾਏਗਾ। ਮੈਂ ਐਡੀ ਬੜੀ ਤਨਖਾਹ ਲੈਣ ਵਾਲਾ ਨਾਸਤਕੋ ਨਾਸਤਕ ਬੰਦਾ, ਔਰ ਮਹਾਂਪੁਰਸ਼ਾਂ ਨੇ ਮਾਲਾ ਦਿੱਤੀ ਆ, ਵਾਚਨ ਕੀਤੇ। ਮੈਂ ਆਪਣੀ ਨੌਕਰੀ ਵੀ ਕੀਤੀ, ਮੈਂ ਆਪਣੇ ਗ੍ਰਹਿਸਥ ਦੇ ਵੀ ਬੱਚਿਆਂ ਨੂੰ ਵੀ ਪਾਲਿਆ, ਮੈਂ ਆਪਣੇ ਹੱਥਾਂ ਦੇ ਨਾਲ ਕਮਾਈ ਵੀ ਕੀਤੀ। ਉਹ ਮਹਾਂਪੁਰਸ਼ਾਂ ਦੇ ਬੱਚਿਆਂ ਦੇ ਉੱਪਰ ਮੈਂ ਛੱਡਿਆ। ਔਰ ਚੱਲ ਕੇ ਫਿਰ ਇੱਕ ਐਸਾ ਸਮਾਂ ਆਇਆ, ਵਕਤ ਆਇਆ
मैं छुट्टी आया, महापुरुषों के दर्शन कर गया। पता नहीं की खेड़ा, महापुरुष कहते भाई हुण तू बाणा पा ला। मैं पैंट कोट पाउंदा सी, टाइयां लाउंदा सी, 50 लाउंदा सी, पूरा ऐन जिवें पूरे सरदार जी हुंदे ने उदां बन के रहे थे। कहते ला दिया पैंट पुट कोट, पैंटा उस पर छड़ दे, टाइयां टूइयां छड़ दे। मां जी फिर मैं की करना, मैं कहते मैनूं घोड़े लाउणगे भी सब को कपड़े लाउंदे ने। मैं क्या घोड़े जोगी मेरे च गुंजाइश नहीं हैगी, मैं सोची जावां। मां महाराज जी हुण फिर कदे आ चोड़ा पा ला। मैं पाओ अपने हत्थां नाल, करो रहमत, चोड़ा पाता। आ गल्लां समझाइयां जिहड़ियां तुहानूं मैं दस्सियां ने मैनूं। चोड़ा पा के मैं 24 घंटे का रजाइन देता लिख के, एड्डी बड़ी नौकरी नूं लत्त मारी, ठोकर मारी। 15-20 लाख रुपये महीने की तनख्वाह, गड्डियां, नौकर, कोठियां, कोई पता ही नहीं भी किन्नी समगरी हुई है इंद्र देवते वांगू। सब नूं ठोकर मार के महापुरुषों के पासे कमाउण लग गया। मैं किते डेरे विच नहीं गया, किते मैं गुरुद्वारे 'च नहीं गया, ना मैं किते रहा। मैं तो अपने घर के मंदिर दे विच ही बच्चा रूपी गुरुद्वारे दे विच ही सेवा करके 10 सौंध मैं नौकरी पिछों पाउंदा रहा, 10 सौंध मैं भजन करता रहा, 10 सौंध मैं सेवा करता रहा। चोड़ा पाता, नौकरी छड्डती। फिर मैं कहला ऐं करो महाराज, हुण मैं रहना तो नहीं हैगा तुहाडे कोल डेरे 'च, और मैनूं भजन दसो, भजन दे चक दूंगा फट्टे। मैं देख लिया साधुआं ने, बाबा गुरमुखो पक्कियां माला करा के, जिवें तुहानूं मैं दस्सिया, 1.25 साल एक पक्की माला मूल मंत्र दी, 1.25 साल एक गुरमंत्र दी, 1.25 साल बैखरी पानी विच, माधवा बसंत परां विच सारे पासे पूर करके खीर नूं एक दिन सारियां मंजिलां दसदियां। इत्थे ईड़ा, इत्थे पिंगला, इत्थे सुखमना, इत्थे 10वां द्वारा, इत्थे नाभी चक्करा, इत्थे हिरदा चक्करा, इत्थे कंठ चक्करा, सारे अग्गे चक्कर सारे दसते। फिर कमाई की दब के फट्टे चकते। फिर मैं देखिया नहीं दिन रात। फिर मैं फोरमैन तो आ गल मैं संत बन के दिखाता। क्यों दिखाता बन के? जदों मैं फेरिया माला तो महाराज नूं कहा, मैं महाराज हुण तुसीं मेरा मनाप 75 विच मागे, संत महाराज जी छड्ड गए शरीर। 91 विच छोटे महाराज जी छड्ड गए शरीर, संत बाबा किशन सिंह जी। मैं क्या भी हुण कितों करिए, किवें किरपा होगी। मैं एक दिन छोटे संतां दे चरनां विच शीश रख के रोण लग गया। मैं कहा महाराज तुसीं तां कहने हो असीं 91 वग जाना, फिर मैनूं किहदे डर ला के जाओगे? कोई रूहानी विद्या वाला दसो मैनूं। फिर मैनूं दस्सिया छोटे संत महाराज ने, कहते तैनूं तेरे इलाके विच ही कोई महापुरुष मिलूगा, ਉਹਦੇ चरण फड़ ਲਈ, ਉਹਦੇ ਵਿੱਚੋਂ ਸਾਡੇ दर्शन होणगे। मैं राड़ा साहब तो आ गया, ये भाल शुरू करती। रानीहत महापुरुष किहड़ा मिले हुण। करदी करदी तो मेरा मिलाप फिर सन 80-81 ਦੇ ਵਿੱਚ संत बाबा सुखदेव सिंह जी लौड़ा साहब वाले, कमाई वाले महापुरुष, लौड़ा साहब वाले संत बाबा सुखदेव सिंह जी महाराज, मेरा उन्होंने नाल मिलाप हो गया। फिर एंड तक मैं संत सुखदेव सिंह जी ने निभाई, तो निभाई। और मैं हर वक्त ही खीरे दम तक, जो शरीर छड्डिया उन्होंने,
ਸ਼ੀਸ਼ ਛੱਡਣ ਤੱਕ ਵੀ ਉਹਨੇ ਚੰਨ ਫੜ ਕੇ ਮੈਂ ਆਹ ਬਚਨ ਕਰਦਾ ਸੀ। ਇੱਦਾਂ ਪੜ੍ਹੋ ਸਾਧ ਸੰਗਤ ਜੀ ਕਿਹੜੇ ਬਚਨ ਨੇ। ਸੁਰ ਨਾ ਬੋਲਿਆ ਕਰੋ, ਕਿਤੇ ਇੱਕ ਮਿਲ ਕੇ ਬੋਲਿਆ ਕਰੋ। ਜਿਹੜੇ ਬਚਨ ਮੈਂ ਕਹਾਂ ਉਹ ਬੋਲਿਆ ਕਰੋ। ਇੱਕ ਜਿੱਥੇ ਸੁਰਬਾਜੀ ਨੂੰ ਨਾ ਮਿਲਾਇਆ ਕਰੋ। ਸੁਰ ਉਹ ਨਿਭਜੇ ਵਾਹਿਗੁਰੂ ਨਿਭਜੇ ਸਾਡੀ ਪੀਰਾਂ ਨਾਲ ਮਰੀਜ਼ਾਂ ਦੀ। ਹੁਣ ਨਿਭਜੇ ਵਾਹਿਗੁਰੂ ਨਿਭਜੇ ਮੇਰੀ ਪੀਰਾਂ ਨਾਲ ਮਰੀਜ਼ਾਂ ਦੀ। ਨਿਭਜੇ ਵਾਹਿਗੁਰੂ ਨਿਭਜੇ ਸਾਡੀ ਪੀਰਾਂ ਨਾਲ ਮਰੀਜ਼ਾਂ ਦੀ। ਹੁਣ ਨਿਭਜੇ ਦਾਤਿਆ ਨਿਭਜੇ ਮੇਰੀ ਪੀਰਾਂ ਨਾਲ ਮਰੀਜ਼ਾਂ ਦੀ। ਹੁਣ ਨਿਭਜੇ ਨਿਭਜੇ ਵਾਹਿਗੁਰੂ ਨਿਭਜੇ ਮੇਰੀ ਪੀਰਾਂ ਨਾਲ ਮਰੀਜ਼ਾਂ ਦੀ। ਨਿਭਜੇ ਦਾਤਿਆ ਨਿਭਜੇ ਹੁਣ ਪੀਰਾਂ ਨਾਲ ਮਰੀਜ਼ਾਂ ਦੀ। ਹੁਣ ਨਿਭਜੇ ਵਾਹਿਗੁਰੂ ਸਾਡੀ ਪੀਰਾਂ ਨਾਲ ਮਰੀਜ਼ਾਂ ਦੀ। ਓਏ ਪੀਰਾਂ ਨਾਲ ਮਰੀਜ਼ਾਂ ਦੀ। ਹੁਣ ਪੀਰਾਂ ਨਾਲ ਮਰੀਜ਼ਾਂ ਦੀ। ਮਰੀਜ਼ਾਂ ਦੀ ਹੁਣ ਪੀਰਾਂ ਨਾਲ ਮਰੀਜ਼ਾਂ ਦੀ। ਪੀਰਾਂ ਨਾਲ ਮਰੀਜ਼ਾਂ ਦੀ ਪੀਰਾਂ ਨਾਲ ਮਰੀਜ਼ਾਂ ਦੀ। ਹੁਣ ਨਿਭਜੇ
मैं खीरले दम तक मैं खीरले दम तक संत बाबा सुखदेव सिंह जी लाहौर वाले दे नाल निभाती। क्योंकि साध संगत वो महात्मा भी बहुत कमाई वाले महापुरुषों ने, ऐसी गल नहीं है, वो कमाई वाले महापुरुषों ने। छोटे महाराज बड़े महाराज की कमाई का कहने की है, आपने वो तो कहनी तो बाहर ने कहनी कर दी। तो मैं तो हैरान हाँ, अज संतां ना मनो जी, साधु ना मनो जी, साधुओं कोल ना जाओ जी, संतां कोल ना जाओ जी। क्यों ना जाओ भाई, क्यों ना जाओ? जाओ, बंद हुए, बंद हुए, जाओ, पर जाओ किसी कमाई वाले महापुरुषों को। मैं तुहानूं अपना जीवन दसता सारा। मैं किते पक्का नहीं रहा, मैं किसी गड़बई नहीं रहा ना, मैं भी झूठ बोला, मैं राड़े रहा जी, मैं लाहौर रहा जी, मैं नहीं रहा किते। मैं बचना की कमाई की है महापुरुषों ने, मैं मनण किया। देख लो मन क्या जी, आप कोई मनण वाला बनो तो सही है, तर्क वाले बहुत ने। एक बाणी के शब्द के उपर तर्क से तर्क, तर्क के उपर तर्क से तर्क उपर, वो जिहड़ी बाणी के शब्द की तर्क करते उसकी कमाई भी देख लो करके, उसकी कमाई देखो करके, तां स्वाद की गल है। फिर आओ मेरा चैलेंज है गल का। संत बाबा महेंद्र सिंह जी मरोह वाले गुरुद्वारा, संत ईश्वर सिंह जी, संत किशन सिंह जी, रानी आश्रम पिंड चहला साहब, जिला फतेहगढ़ साहब, अमरोह तो 5-6 किलोमीटर से। जद मर्जी मिल लो आके, जद मर्जी मेरा पता कर लो, जो मैं बचन करदा। मैं किसे तो पैसा नहीं मंगता, किसे तो गराही नहीं मंगता, ना ना ना। गुरुद्वारा बनाया, अपनी जगह लैके बनाया, किसी श्यामलाल चीन बनाया, किसी दब्बी नहीं, किसी करी नहीं, कोई कह दे। अपनी जगह मुल लैके रजिस्ट्री करा के, इंतकाल करा के गुरुद्वारा साहब बनाया। किसी तो ढाल नहीं मंगी, किसी सेवा नहीं लाई। कोई कह दे किसी पर्ची कट्टी हो, कर लो दरियावत आके। हुण इस टाइम भी एक बहुत बड़ा हाल बन रहा, बहुत बड़ा 3-4 मंजिला गुरुद्वारा साहब महापुरुषों की याद के। ਉਹਦੇ ਵਿੱਚ भी कोई गराही नहीं, कोई गराही नहीं करते, किसी पर्ची नहीं कटते। कोई कह दे पुछ लो आके। इदां ही गुरु घर बने ने। मैं एक जरूर कहना, मैं मंगता हैगा, मंगदा मैं, पर मंगदा कितों हाँ? मैं मंगदा गुरु ग्रंथ साहब के चरणों चो, अपने गुरु तो। मैं मंगदा कितों हाँ? मैं राणा साहब वाले संतां तो और लाहौरा साहब वाले महापुरुषों तो मंगदा। उन्होंने मूरे पल्ला अड़दा, पल्ला अड़ के कई बार रो भी पैना मैं, और मेरा पल्ला ही भर देंगे ने, मेरी इज्जत भी रखते आ रहे हैं। जेह्ड़े मैं बचन करदा आके दरियावत कर लियो। मैं इंडिया में सारे जबान लाए ने, सारे शहरों से कोई ऐसा नहीं है। पंजाब दे विच सारे लाउना, बाहर मैं दुबई बहुत जबान लाए ने। उत्थे जाके तुसीं पुछो दुबई का मैं एड्रैस दे दूँगा। पहले जबान मेरे लगे थे सोनापुर, फिर लगे अजमान गुरुद्वारे च,
और उत्थे एक बड़ा गुरुद्वारा बनता दुबई जिहड़ा, उत्थे ही मैं जाके आया। उत्थे पता कर लिओ, एड्रैस दे दूँगा मैं तुहानूं, फोन दे दूँगा। एक भी पैसा जे मैं दबान दा लिया होवे, एक पैसा चढ़ावे का चक्या होवे, तो मैं गुनाहगार हो तुहाडे सामने, तुहाडे सामने ला दूँगा चौड़ा, मुड़ के पेंटर कोट फिर पा लूँ, टाई पा ला लूँगा। नौकरी मेरी बहुत आ, अज भी मैनूं बहुत आउंदियां ने ऑफर, आओ जी फोरमैन जी संभो करो नौकरी, 20 लाख लै लो, 15 लाख लै लो, इन्ने लख लै लो, मैं अज भी लै सकते हैं। वो जब मैं ਲੱਖਾਂ रुपये का कमाने वाला, मैनू की लोड़ है इन्होंने चक्कर पैण की, ढाबे ढूबे च। मैं तो वकील, रब्बी वकील अपनी मर्जी का बनया मैं, और मैं करके दिखाई है कमाई, और कर रहा। मैं अज भी कहना, 85 साल की उम्र है मेरी, अज भी देख लो, आ जाओ जी ने चौकड़ा मारना, बह जाओ बराबर। जे हारू ने तो वास्ता जरूर करा दूँगा, भाना बना दूँगा जरूर, भी भजन किवें करीदा, आ जाओ जी ने आउणा। इस करके साध संगत कमाई करो, कमाई करके दिखाओ। ਜਿਹੜੇ महापुरुषों के लड़ लगे आ, उन्होंने कदे गुणगार ना भुलो। वो आपां नाले कहने आ, गुर बामरे गुर के रहिए दास, जे गुर भेजे नरको तो स्वर्ग की रखिए आस। वो नाले महापुरुषों कोल रह के फिर उन्होंने निंदी जाने आ, ਜਿਹੜੀਆਂ ਸੰਪਰਦਾਵਾਂ ਦੇ ਕੋਲ ਰਹਿੰਦੇ ਆ फिर उन्होंने निंदी जाने आ। फिर अपना हाल की हुंदा देख लो। नहीं नहीं नहीं, ਜਿਹੜੀ संप्रदाय का नाम लैने आ, ਜਿਹੜੀ संप्रदाय ਦੇ ਵਿੱਚੋਂ कुछ मिलिया, वो जान वग जे फिर वो निंदना की आ होए। ਉਹ ਜਿਹੜੇ महापुरुषों के कोल रह गए, जितों विद्या मिली है, वो सिर वगदे दा वग जे, फिर उन्होंने निंदना की आ। फिर तुसीं आ बचना कहते तो हैगे आपां, पर पका के दिखा दो किहड़े वचन। आहा सिर जावे ता जावे, मेरा सिक्की सिदिक ना जावे। सिर जावे ता जावे जी, मेरा सिक्की सिदिक ना जावे। सिर जावे ता जावे, मेरा सिक्की सिदिक ना जावे। सिर जावे ता जावे जी, मेरा सिक्की सिदिक ना जावे। वो सिर जावे सिक्की सिदिक ना जावे, मेरा सिक्की सिदिक ना जावे। ओए सिक्की सिदिक ना जावे, मेरा सिक्की सिदिक ना जावे। सिक्की सिदिक ना जावे। सिर जावे ता जावे जी, मेरा सिक्की सिदिक ना जावे। वाहिगुरू वो सिर जावे
फिर जिहदे नाल यारी ला ली जे एक यार की यारी ना पकाई ਉਹਨੂੰ ਨਿੰਦਣ ਲੱਗ ਗਏ ਤਰਕਾਰ ਆ ਜ਼ਿੰਦਗੀ ਫਿਰ ਆਪਣੇ ਇਹਦੇ ਨੂੰ ਆਪਾਂ ਜਿਉਂਦੇ ਵੀ ਮਰੇ ਹੋਏ ਆ ਉਹ ਕਿਸੇ ਸੰਪਰਦਾਇ ਦੇ ਵਿੱਚ ਰਹਿ ਕੇ ਸੰਪਰਦਾਇ ਨੂੰ ਨਿੰਦੀਏ ਕਿਸੇ ਮਹਾਂਪੁਰਸ਼ਾਂ ਦੇ ਕੋਲ ਰਹਿ ਕੇ ਉਸੇ ਮਹਾਂਪੁਰਸ਼ਾਂ ਨੂੰ ਨਿੰਦੀਏ ਤਾਂ ਪਰ ਮੈਂ ਤਾਂ ਕਹਿੰਦਾ ਵੀ ਬੰਦਾ ਜਿਉਂਦਾ ਹੀ ਮਰਿਆ ਬਈ ਉਹ ਜਿਉਂਦਾ ਹੀ ਮਰਿਆ ਫਿਰ ਤਾਂ ਉਹ ਕਹਿੰਦਾ ਕੀ ਆ ਤੁਸੀਂ ਯਾਰੀ ਲਾ ਕੇ ਤਾਂ ਦੇਖੋ ਰੱਬ ਨਾਲ ਦੇਖੋ ਯਾਰੀ ਲਾ ਕੇ ਫਿਰ ਪਤਾ ਲੱਗਦਾ ਸੱਚੀ ਹਾਲੇ ਝੂਠੀਆਂ ਯਾਰੀਆਂ ਲਾਈਆਂ ਤੁਹਾਡੀਆਂ ਹਾਲੇ ਪੈਸੇ ਦੀਆਂ ਯਾਰੀਆਂ ਲਾਈ ਹੋਈਆਂ ਨੇ ਧਨ ਦੌਲਤ ਦੀਆਂ ਯਾਰੀਆਂ ਲਾਈ ਹੋਈਆਂ ਨੇ ਉਹ ਸਾਥ ਤਾਂ ਇਹਨਾਂ ਵਿੱਚੋਂ ਨਿਕਲਿਆ ਮੈਂ ਤਾਂ ਨਿਕਲਿਆ ਇਹਨਾਂ 'ਚੋਂ ਇਹਨਾਂ ਨੇ ਨਿਕਲ ਕੇ ਫੇਰ ਸੰਤ ਬਣਿਆ ਫੇਰ ਸਾਧ ਬਣਿਆ ਮੈਂ ਕਰ ਲਿਓ ਪਤਾ ਜਿੱਥੇ ਮਰਜ਼ੀ ਕਰ ਲਿਓ ਪਤਾ ਕੋਈ ਪੈਸਾ ਚੱਕਾਂ ਕੋਈ ਬੋਰੀ ਲੈ ਕੇ ਮੰਗਣ ਜਾਵਾਂ ਬਾਣਾ ਪਾ ਕੇ ਬਾਹਰੋਂ ਪਤਾ ਕਰ ਲਓ ਜਿੱਥੇ ਦੀਵਾਨ ਲਾਏ ਨੇ ਟੈਲੀਫੋਨ ਦੇ ਦਿੰਦਾ ਕੋਈ ਪੈਸਾ ਚੱਕਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਚੱਕਾਂ ਕੋਈ ਕਿਤੋਂ ਦੀਵਾਨ ਦੇ ਪੈਸੇ ਮੰਗਾ ਮੇਰੇ ਇਲਾਕੇ ਵਿੱਚ ਪਤਾ ਕਰ ਲਓ ਜਿਹਨੇ ਆਉਣਾ ਆ ਕੇ ਘਰ ਘਰ ਦੇ ਵਿੱਚ ਵੀ ਸੰਤ ਮਹਿੰਦਰ ਸਿੰਘ ਮਲੋਹ ਵਾਲੇ ਦੀਵਾਨ ਲਾਉਂਦੇ ਨੇ ਕੋਈ ਦੀਵਾਨ ਦਾ ਪੈਸਾ ਲੈਂਦੇ ਨੇ ਕੋਈ ਮੂਹਰੇ ਚੜਾਵਾ ਚੱਕਦੇ ਨੇ ਕੋਈ ਨਹੀਂ ਤੁਹਾਨੂੰ ਕਹੂਗਾ ਕੋਈ ਈਰਖਾਬਾਦੀ ਕਹਿ ਦਿਓ ਮੈਂ ਕਹਿ ਨਹੀਂ ਸਕਦਾ ਪਰ ਤੁਹਾਨੂੰ ਸੱਤਿਆਬਾਦੀ ਜਿਹਨੂੰ ਪਤਾ ਜਿਹੜੇ ਨਿਭਦੇ ਨੇ ਨਾਲ ਉਹ ਨਹੀਂ ਕਹਿੰਦਾ ਕਦੇ ਵੀ ਮੈਂ ਨਹੀਂ ਚੱਕਦਾ ਦੂਈ ਗੱਲ ਜਦ ਮਰਜੀ ਆ ਕੇ ਦੇਖ ਲਓ ਮੇਰੇ ਸੇਵਕਾਂ ਦਾ ਪੁੱਛ ਲਓ ਹੋਰ ਪੁੱਛ ਲਓ ਮੇਰੀ ਤਲਾਸ਼ੀ ਲੈ ਲਿਓ ਆ ਕੇ 20 ਰੁਪਏ ਦਾ ਸੌਦਾ ਗੁਰੂ ਨਾਨਕ ਨੇ ਕੀਤਾ ਸੀ 20 ਰੁਪਏ ਮੈਂ ਰੱਖਦਾ ਪਾ ਕੇ 20 ਰੁਪਏ ਮੇਰੇ ਚੋਲੇ 'ਚ ਰਹਿੰਦੇ ਨੇ ਹਰ ਵਕਤ 20 ਤੋਂ 21 ਹੋ ਗਏ ਤਾਂ ਮੈਨੂੰ ਫੜ ਲਿਓ 20 ਤੋਂ ਜੇ 98 ਵੀ ਉੱਪਰ ਨਿਕਲਿਆ ਹੀ ਮੇਰੇ ਚੋਲੇ ਦੇ ਕਿਸੇ ਵੀ ਕਿੱਸੇ ਤੋਂ ਤਾਂ ਮੈਨੂੰ ਕਹਿੰਦੇ ਸੰਤ ਜੀ ਝੂਠ ਬੋਲਿਆ ਸੀ ਮੈਂ ਸਜ਼ਾ ਭੁਗਤਣ ਤਿਆਰ ਹੋ ਜਾਊਗਾ 20 ਰੁਪਏ ਰੱਖਦਾ 20 ਦਾ ਸੌਦਾ ਕਰਦਾ 20 ਦੇ ਸੌਦੇ ਨਾਲ ਚੱਲਦਾ ਹੀ ਨਾਨਕ ਦਾ ਕੰਮ ਅੱਜ ਚੱਲ ਰਿਹਾ ਲੰਗਰ ਚੱਲਦਾ 24 ਘੰਟੇ ਡੰਗਰ ਪਸ਼ੂ ਰੱਖੇ ਹੋਏ ਨੇ ਜ਼ਮੀਨ ਕੋਈ ਨਹੀਂ ਹੈਗੀ ਠੇਕੇ 'ਤੇ ਲੈ ਲੈਂਦੇ ਆ ਨੀਰਾ ਬੀਜ ਲੈਂਦੇ ਆ ਡੰਗਰਾਂ ਨੂੰ ਪਾਉਂਦੇ ਆ ਧਾਰ ਚੋਂਦੇ ਆ ਲੰਗਰ ਚਲਾਉਂਦੇ ਆ ਔਰ ਗੁਰਮੁਖ ਪੈ ਰਹੇ ਹੋ ਅਤੇ ਨਾਮ ਜਪੋ ਅਤੇ ਨਾਮ ਜਪਾਵੋ ਨਾਮ ਜਪਣਾ ਭਜਨ ਕਰਨਾ ਬੰਦਗੀ ਕਰਨੀ ਇਹੀ ਕੰਮ ਹੈ ਇਹ ਕੰਮ ਤੋਂ ਨਾ ਟਲੋ ਅਤੇ ਬਾਕੀ ਜੇ ਮੈਂ ਤੁਹਾਨੂੰ ਕੱਲ੍ਹ ਨੂੰ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਕੱਲ੍ਹ ਨੂੰ ਦੱਸੂਗਾ ਮੈਖਰੀ ਬਾਣੀ ਤੋਂ ਭਜਣਾ ਕਿਵੇਂ ਕਿੱਥੇ ਕਰਨਾ ਕਿਵੇਂ ਨਹੀਂ ਕਰਨਾ ਆ ਦਿਖਾਓ ਕਰਕੇ ਫਿਰ ਮੈਨੂੰ ਕਰੋ ਇਹ ਕੱਲ੍ਹ ਨੂੰ ਕਰਾਂਗੇ ਆਪਾਂ ਅੱਜ ਦੇ ਜ਼ਮਾਨੇ ਵਿੱਚ ਆਪਾਂ ਇਹਦੀ ਖਿਮਾ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।